श्री वाहिगुरु जी, वाहिगुरु जी, वाहिगुरु जी, वाहिगुरु जी। श्री वाहिगुरु जी, वाहिगुरु जी, वाहिगुरु जी, वाहिगुरु जी। श्री नानक अंगद गुरु अमरदास पगबंद रामदास अर्जन गुरु बर श्री हर गोबिंद। हरि राय हर कृष्ण गुर बर तेग बहादुर चंद। दसवें गोबिंद सिंह गुर नमो चरण अरविंद। हरि राय हर कृष्ण गुर बर तेग बहादुर चंद। दसवें गोबिंद सिंह गुर नमो चरण अरविंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर धार। श्री गुर शब्द कमाए जिन जीते पंच विकार। तिन संतन को बंदना सिर चरणन पर धार। एक ओंकारा सतगुरु तेह प्रसाद सच होए। गुरु जी की फतेह विघ्न विनाशन सोए। एक ओंकारा सतगुरु तेह प्रसाद सच होए। वाहे गुरु जी की फतेह विघ्न विनाशन सोए। धन धन सच्चे पातशाह गरीब नवाज। दासां गरीबां सिखां सेवकां दे उत्ते किरपा करन वाले, दया करन वाले, रहमतां करन वाले, बख्शिशां करन वाले। हाजरा हजूर जहरा जहूर सर्व कला भरपूर अंतरजामी सुख निधान सच्चे पातशाह। धन धन सतगुरु जी गरीब नवाज। धन धन श्री गुरु ग्रंथ साहिब जी महाराज। अपने सारिਆਂ ਦੇ ਵੱਡੇ ਭਾਗ ਹਨ। ਆਪਾਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠੇ ਹਾਂ। ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। प्यार दे नाल सारियां संगतां आओ दोवें हथ जोड़ के सिर झुका के सतगुरु जी का शुकराना करते हुए उचारण करिए। धन धन श्री गुरु ग्रंथ साहिब जी महाराज। 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 आप जी सच्चे पातशाह जी की बाणी का कीर्तन आप जी ने सरवण किया। कुछ समा लड़ीवार कथा सतगुरु जी की मेहर दे नाल जो आरंभ हुई है। सत्कारयोग बाबा जी का फुरना सी। श्री नानक प्रकाश ग्रंथ की कथा जिहड़ी है वह मुड़ तो एक बार संगत सुने। एक बार पहला भी संगत ने बाबा जी की रसना तो महाराज जी की यह सारी कथा सरवण की है। कवि संतोख सिंह जी लिखते कहते गुरु जी की कथा अमृत है। इस कथा नूं वो छकदे है, कथा रूप अमृत नूं वो छकदे है जिहड़े साध संगत विच बैठ के पूर्ण एकाग्रता सहित हो के भावना दे नाल गुरु जी का जस सुनते हैं। गुरु जी की अमृत रूप कथा नूं वो छकदे है। इस कथा रूपी अमृत नूं वो छकदे है।
ਸੰਗਤਾਂ ਨੂੰ ਬੇਨਤੀ ਹੈ ਜਿਹੜੇ ਮਗਰ ਮਗਰ ਬੈਠੇ ਆ, ਕਿਉਂਕਿ ਬਾਬਾ ਜੀ ਨੇ ਆ ਕੇ ਵੀ ਇਹੋ ਹੀ ਕਹਿਣਾ ਤੇ ਖੇਚਲ ਕਰਿਆ ਕਰੋ। ਇੰਨੀ ਦੂਰੋਂ ਆਪਾਂ ਚੱਲ ਕੇ ਆ ਜਾਂਦੇ ਆ, ਫਿਰ ਵੀ ਮਗਰ ਹੀ ਬਹਿੰਦੇ ਆ। ਜਿੱਥੇ ਇੰਨੀ ਦੂਰੋਂ ਚੱਲ ਕੇ ਆਏ ਆ ਉੱਥੇ ਸੱਚੇ ਪਾਤਸ਼ਾਹ ਜੀ ਦੇ ਨੇੜੇ ਹੋ ਕੇ ਬੈਠੀਏ, ਮਹਾਰਾਜ ਜੀ ਦੇ ਕੋਲ ਹੋ ਕੇ ਬੈਠੀਏ, ਕਿਉਂਕਿ ਇੱਥੇ ਬਾਬਾ ਜੀ ਦੱਸਦੇ ਆ ਬੜੀ ਵਾਰੀ ਸਭ ਜਥੇ ਜਿਹੜੇ ਆ ਉਹ ਨਿਸ਼ਕਾਮ ਰੂਪ ਵਿੱਚ ਹਾਜ਼ਰੀ ਭਰਦੇ ਆ ਤੇ ਆਪ ਜੀ ਦੀ ਮਿਹਰ ਦੀ ਦ੍ਰਿਸ਼ਟੀ ਚਾਹੁੰਦੇ ਨੇ ਸਾਰੇ। ਸੋ ਮਹਾਰਾਜ ਜੀ ਦਾ ਜਸ ਪਿਆਰ ਨਾਲ ਸਰਵਣ ਕਰਨਾ ਹੈ, ਪਿਆਰ ਨਾਲ ਗੱਜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀ ਕਥਾ ਪਿਛਲੇ ਬੁੱਧਵਾਰ ਆਪ ਜੀ ਨੇ ਸਰਵਣ ਕੀਤੀ। ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਉਡਾਰੀ ਜਿਹੜੀ ਹੈ ਉਹ ਬਹੁਤ ਉੱਚੀ ਹੈ, ਸੋਚ ਬਹੁਤ ਡੂੰਘੀ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਕਿਵੇਂ ਮਹਾਰਾਜ ਜੀ ਦਾ ਆਗਮਨ ਹੋਇਆ, ਕੌਣ ਕੌਣ ਮੌਜੂਦ ਸੀ, ਕੈਸਾ ਉਹ ਸਮਾਂ ਸੀ। ਇੱਕੋ ਬੰਦ ਕਰ ਦਿਓ। ਕੈਸਾ ਉਹ ਸਮਾਂ ਸੀਗਾ, ਉਹ ਸਾਰੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਕਿਵੇਂ ਮਹਾਰਾਜ ਜੀ ਦੇ ਘਰ ਦੇ ਬਾਹਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਣਾ ਸੀ, ਉੱਥੇ ਇੰਦਰਾਸਣ ਅਪਛਰਾ ਰਾਗ ਰਾਗਣੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ। ਬੜੀਆਂ ਮਿਹਰਾਂ ਵਰਤੀਆਂ, ਬੜੀ ਕਿਰਪਾ ਵਰਤੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਲੈ ਕੇ ਇਸ ਧਰਤੀ ਤੇ ਆਏ। ਗੁਰੂ ਜੀ ਦੀ ਆਮਦ ਤੋਂ ਪਹਿਲਾਂ ਹੀ ਜਿਹੜੀ ਤਲਵੰਡੀ ਹੈ ਸ਼ਿੰਗਾਰੀ ਗਈ ਹੈ। ਤਲਵੰਡੀ ਦੇ ਲੋਕ ਸੁਖੀ ਹੋ ਗਏ ਨੇ, ਤਲਵੰਡੀ ਦੇ ਲੋਕ ਸ਼ਾਂਤ ਹੋ ਗਏ ਹੈ। ਤਲਵੰਡੀ ਵਿੱਚ ਅਜੀਬ ਤਰ੍ਹਾਂ ਦੀ ਸ਼ਾਂਤੀ ਹੈ। ਕਹਿੰਦੇ ਕਿਸੇ ਨੂੰ ਨਹੀਂ ਪਤਾ ਕਿਉਂ ਹੈ। ਕਵੀ ਜੀ ਕਹਿੰਦੇ ਉਹਦਾ ਕਾਰਨ ਇਹ ਹੈ, ਉੱਥੇ ਆਪ ਨਿਰੰਕਾਰ ਨੇ ਆਉਣਾ ਹੈ। ਆਉਣ ਤੋਂ ਪਹਿਲਾਂ ਹੀ ਇੱਕ ਵਾਰੀ ਸਭ ਪਾਸੇ ਸ਼ਾਂਤੀ ਵਰਤ ਗਈ ਜੀ। ਜਦੋਂ ਅੰਮ੍ਰਿਤ ਵੇਲੇ ਮਹਾਰਾਜ ਜੀ ਦਾ ਆਗਮਨ ਹੋਇਆ, ਉਹਦਾ ਨਕਸ਼ਾ ਵੀ ਕਵੀ ਜੀ ਨੇ ਲਿਖਿਆ, ਤੁਸੀਂ ਸਰਵਣ ਕੀਤੀ ਸੀ ਕਥਾ। 5 ਸਾਲ ਪਹਿਲਾਂ ਬੇਬੇ ਨਾਨਕੀ ਜੀ ਘਰ ਵਿੱਚ ਆ ਗਏ ਜੀ। ਕਵੀ ਜੀ ਕਹਿੰਦੇ ਮਾਨੋ 5 ਸਾਲ ਪਹਿਲਾਂ ਹੀ ਜਿੱਥੇ ਪਰਮੇਸ਼ਰ ਨੇ ਆਉਣਾ, 5 ਸਾਲ ਪਹਿਲਾਂ ਉੱਥੇ ਭਗਤੀ ਆ ਗਈ ਹੈ। ਭਗਤੀ ਹੋਏਗੀ, ਪਰਮੇਸ਼ਰ ਜੀ ਆਉਣਗੇ। ਭਗਤੀ ਹੋਏਗੀ, ਪਰਮੇਸ਼ਰ ਜੀ ਆਉਣਗੇ। ਜਿਹੜੇ ਗਿਆਨ ਪੜ੍ਹਦੇ ਆ, ਗਿਆਨੀ ਆ, ਉਹ ਕਹਿੰਦੇ ਆ ਗਿਆਨ ਨਾਲ ਰੱਬ ਮਿਲਦਾ ਹੈ। ਪਰ ਜਿਹੜੇ ਭਗਤ ਨੇ ਉਹ ਇਹ ਕਹਿੰਦੇ ਆ ਵੀ ਗਿਆਨ ਨਾ ਵੀ ਹੋਵੇ, ਪ੍ਰੇਮਾ ਭਗਤੀ ਕੋਲ ਹੋਵੇ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਬੇਬੇ ਨਾਨਕੀ ਜੀ ਕੌਣ ਨੇ? ਬੇਬੇ ਨਾਨਕੀ ਜੀ ਦਾ ਨਾਮ ਤੁਸੀਂ ਬੜੀ ਵਾਰੀ ਸੁਣਿਆ, ਬੜੀ ਵਾਰੀ ਆਪਣੀ ਰਸਨਾ ਤੋਂ ਬੇਬੇ ਨਾਨਕੀ ਜੀ ਦਾ ਨਾਮ ਲਿਆ ਹੈ। ਬੇਬੇ ਨਾਨਕੀ ਜੀ ਖੁਦ ਭਗਤੀ ਦਾ ਅਵਤਾਰ ਨੇ। ਮਹਾਰਾਜ ਜੀ ਦੇ ਪਹਿਲੇ ਭਗਤ ਜੇ ਕੋਈ ਹੋਏ ਤੇ ਬੇਬੇ ਨਾਨਕੀ ਜੀ ਹੋਏ ਹੈ। 5 ਸਾਲ ਪਹਿਲਾਂ ਬੇਬੇ ਨਾਨਕੀ ਜੀ ਆ ਗਏ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਾ ਜਿਉਂ-ਜਿਉਂ ਸਮਾਂ ਨੇੜੇ ਆਇਆ, ਤਿਉਂ-ਤਿਉਂ ਤਲਵੰਡੀ ਵਿੱਚ ਸੁੱਖ ਵਰਤਦੇ ਗਏ। 10 ਕੁ ਦਿਨ ਰਹਿ ਗਏ, ਦਾਈ ਦੌਲਤਾਂ ਦੀ ਚੱਕਰ ਮਾਰਨ ਲੱਗ ਪਏ ਘਰ ਵਿੱਚ। ਮਹਿਤਾ ਕਾਲੂ ਜੀ ਨੂੰ ਮੰਗਾਂ ਦੱਸਦੇ ਆਪਣੀਆਂ, ਉਹ ਮੰਗਾਂ ਸਾਰੀਆਂ ਸੁਣਦੇ ਆ। ਦਾਈ ਦੌਲਤਾਂ ਨੇ ਸੇਵਾ ਕਰਨੀ ਹੈ। ਰਾਏ ਬੁਲਾਰ ਨੂੰ ਉਸ ਰਾਤ ਨੀਂਦ ਨਹੀਂ ਆਉਂਦੀ। ਰਾਏ ਬੁਲਾਰ ਤਲਵੰਡੀ ਦਾ ਰਾਜਾ ਹੈ। ਰਾਏ ਬੁਲਾਰ ਨੂੰ ਨੀਂਦ ਨਹੀਂ ਆਉਂਦੀ। ਉਹਨੂੰ ਕੀ ਲੱਗਦਾ, ਅੱਜ ਮੇਰਾ ਕੋਈ ਆਪਣਾ ਧਰਤੀ ਤੇ ਆ ਰਿਹਾ ਹੈ। ਗੱਜ ਕੇ ਆਖੋ ਵਾਹਿਗੁਰੂ। ਕਵੀ ਜੀ ਇਹ ਗੱਲ ਲਿਖਦੇ ਆ, ਭਾਈ ਵੀਰ ਸਿੰਘ ਜੀ ਵੀ ਲਿਖਦੇ ਆ। ਬਹੁਤ ਵਾਰ ਜਿਹੜੇ ਭਗਤੀ ਕਰਨ ਵਾਲੇ ਆ ਨਾ, ਜਿਹੜਾ ਸਮਾਂ ਆਉਣਾ ਹੈ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗਣ ਲੱਗ ਪੈਂਦਾ। ਪਰਮੇਸ਼ਰ ਦੀ ਭਗਤੀ
बहुत वड्डा ज्ञान आपे ही करा देंदी है। राय बुलार भगत है, इस जन्मां दा नहीं, पिछले कई जन्मां दा भगत है। परमेश्वर जी ने इहनूं वर दिता सी, जदों धरती ते सरगुण रूप धार के आवांगे ना, तू सानू पछाणेगा कहण लगे। वो राय बुलार दी पछाणदे है। राय बुलार नूं रात नींद नहीं आउंदी। अमृत वेले महाराज जी दा आगमन होया, तुसीं सुणिया संगत जी। पिछले बुधवार जिथे महाराज दा आगमन होना है, 8 बत्तियां वाला दीवा जगदा है उत्थे। 8 बत्तियां वाला भी चानण ज़्यादा होवे, लौ ज़्यादा होवे। 8 बत्तियां दा दीवा जगदा सी उस कमरे च। बाबा मेहता कालू जी बेबे नानकी जी नूं नाल लैके बाहर तुरे फिरदे विहड़े विच। धन गुरु नानक साहब जी दा आगमन जदों होया, 8 बत्तियां दा जिहड़ा दीवा है ओहदी रोशनी मध्यम पै गई, सारे कमरे च चानण हो गया जी। सारे कमरे च चानण हो गया। कह सकते हैं श्री गुरु नानक देव महाराज सच्चे पातशाह आप बलियो चिराग अंधियार मह, सब कल उधरी एक नाम धर्म, प्रगट सगल हर भवन मह, जन नानक गुर पार ब्रह्म। कमरे च चानण हो गया। एक दासी ने आके मेहता कालू जी नूं बधाई दिती है। मेहता साहब बधाई होवे, तुहाडे घर पुत्र दा जन्म होया है। कवि जी एक होर गल लिखते हैं, कहंदे भयो अचानक सभिन उछाहा। जदों महाराज दा आगमन होया ना गुरु नानक साहब जी का, एकदम ही सारियां दे मन विच चाओ हो गया जी। कज के आखो वाहिगुरू। जेड़े अमृत वेले जागदे एकदम उन्हां नूं चाह बन गया जी। चाह क्यों बनया उन्हां नूं भी नहीं पता, पर चाह बन गया। संगत जी असीं संसारी जीव हां, साडे उत्ते समय दा पूरा असर है। तुसीं वेखिओ कई वारी साडी जिंदगी च इहो जिहा समा आएगा, साडा जी करेगा बड़ा ही भजन करिए, जुड़िए, खूब नाम जपीए। इहो जिहा भी समा आ जांदा जे आपे ही मुखों वाहिगुरू वाहिगुरू निकली जांदा है। कई बारी इहो जिहा समा आ जांदा, सुत्ते होइए उठण दा जी नहीं करदा जी, जी नहीं करदा। उठे होइए इशनान भी कीता होवे, बाणी पढ़न दा जी नहीं करदा जी। कीर्तन च बैठे होइए तां भी कीर्तन च मन नहीं लगदा। कई बारी साडी जिंदगी दा समा ही इन्ना वधिया हुंदा, बहण दी देर है, उसे वेले कीर्तन चों रस आउण लग पैंदा, उसे वेले कथा चों रस आउण लग पैंदा। समय दा बड़ा असर है साडे ते। कोई विरला गुरमुख हुंदा है जिहड़ा फिर अठे पैर ही लगा हुंदा है नाम जपण वास्ते। अठे पैर एक रंग विचों रत्तिया रहिंदा, नहीं तो आम बंदे उत्ते समय दा असर हुंदा। कई समय बड़े उत्साह वाले हुंदे आ, कई समयां च उन्ना उत्साह नहीं बनता। जदों महाराज दा आगमन होया ना, एकदम ही चाह जा पै गया। वो बीबियां प्रभात फेरी च तुक पढ़दियां हुंदियां धारना, जदों आउणा गुरां दा सुनिया मन विच चाओ हो गया। आखो वाहिगुरू। महाराज बाणी च लिखदे, मन चाओ भया प्रभ आगम सुनिया, हर मंगल गाओ सखी गृह मंदिर बनिया। हर गाओ मंगल नित सखीए, सोग दुख न व्यापे, गुर चरण लागे दिन सभागे, अपना पिर जापे।
अनहत बाणी गुर शब्द जानी, हर नाम हर रस भोगो। कह नानक प्रभ आप मिलिया, करण कारण जोगो। एकदम चाओ हो गया। ਕਿਹੜੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਆਈਆਂ ਨੇ, ਇਹ ਤੇ ਗੁਰੂ ਜੀ ਜਾਣਦੇ ਨੇ। ਹਾਂ, ਅਭਿਆਸੀ ਪੁਰਸ਼ ਜਿਹੜੇ ਬੰਦਗੀ 'ਚ ਬਹਿੰਦੇ ਆ, ਉਹਨਾਂ ਨੂੰ ਅੰਦਾਜ਼ਾ ਹੋ ਸਕਦਾ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਕਥਾ ਬੜੀ ਵਾਰੀ ਸੁਣੀ ਹੋਏਗੀ। ਮਹਾਰਾਜ ਦਾ ਆਗਮਨ ਕਿਤੇ ਹੋਇਆ, ਪੀਰ ਭੀਖਣ ਸ਼ਾਹ ਜੀ ਕਿਤੇ ਬੈਠੇ ਆ, ਉੱਥੇ ਬੈਠਿਆਂ ਹੀ ਪਤਾ ਲੱਗ ਗਿਆ, ਉੱਥੇ ਬੈਠਿਆਂ ਹੀ ਮੱਥਾ ਟੇਕੀ ਜਾਂਦੇ ਆ ਕੁੜਾਮ 'ਚ, ਤੇ ਨਾਲ ਆਪਣੇ ਚੇਲਿਆਂ ਨੂੰ ਕਹਿੰਦੇ ਆ, ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀਆ ਦਾ ਮਾਲਕ ਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਆਗਮਨ ਹੋਇਆ, ਕਹਿੰਦੇ ਆ ਅਪਸ਼ਰਾਂ ਜਿਹੜੀਆਂ ਨੇ ਨਾ, ਉਹ ਬਾਹਰ ਬਾਬਾ ਮਹਿਤਾ ਕਾਲੂ ਜੀ ਦੇ ਘਰ ਦੇ ਬਾਹਰ ਆ ਕੇ ਨੱਚਦੀਆਂ ਨੇ। ਦੇਵਤੇ ਫੁੱਲਾਂ ਦੀ ਵਰਖਾ ਕਰਦੇ ਆ, ਗੁਪਤ ਗੁਪਤ ਲੀਲਾ ਵਰਤਦੀ ਹੈ। ਇਹ ਸਾਧ ਸੰਗਤ ਜੀ, ਇਹ ਭਾਈ ਗੁਰਦਾਸ ਜੀ ਨੇ ਗੱਲ ਲਿਖੀ ਹੈ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਹੈ। ਸੋ ਹੁਣ ਮਹਾਰਾਜ ਜੀ ਦੇ ਆਗਮਨ ਤੋਂ ਬਾਅਦ ਜਿਵੇਂ ਘਰ ਵਿੱਚ ਜੋ ਜੋ ਹੁੰਦਾ ਹੈ, ਉਹ ਆਪਾਂ ਨੇ ਸਰਵਣ ਕਰਨਾ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਕਿਹੜੇ ਭਾਗਾਂ ਵਾਲੇ ਉਹ ਜੀਵ ਨੇ ਜਿਨ੍ਹਾਂ ਨੇ ਮੇਰੇ ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਕੀਤੇ ਆ। ਧਿਆਨ ਨਾਲ, ਪ੍ਰੇਮ ਨਾਲ ਸਾਰੀ ਕਥਾ ਸੁਣੀਏ। ਸਾਧ ਸੰਗਤ ਜੀ, ਆਓ ਪੂਰਨ ਪ੍ਰੇਮ ਵਿੱਚ ਮਨ ਲੈ ਕੇ ਆਓ, ਪਿਆਰ ਨਾਲ ਗੱਜ ਕੇ ਕਹੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਐਂ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸਭ ਸੰਗਤ ਆਖੋ ਜੀ ਸਤਨਾਮ। ਵਾਹਿਗੁਰੂ ਸਾਹਿਬ ਜੀ ਚੌਪਈ। ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਭਾਈ ਬਾਲਾ ਜੀ ਕਥਾ ਕਰ ਰਹੇ ਆ ਨਾ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ ਅੱਗੋਂ ਸੁਣੋ। ਸ੍ਰੀ ਗੁਰ ਕਥਾ ਬਿਮਲ ਗੁਣ ਗੁਣੀਏ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਕਥਾ ਸੁਣੋ, ਜਿਸ ਵਿੱਚ ਮੈਲ ਨਹੀਂ ਹੈ। ਨਿਰਮਲ ਕਥਾ, ਅੰਮ੍ਰਿਤ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਸੁਣੋ ਮਹਾਰਾਜ ਸੱਚੇ ਪਾਤਸ਼ਾਹ। ਭਾਈ ਭੋਰ ਨਿਜ ਦਾਸ ਬੁਲਾਇਆ। ਅੰਮ੍ਰਿਤ ਵੇਲੇ ਆਗਮਨ ਹੋਇਆ ਸੀ, ਤੇ ਜਦੋਂ ਦਿਨ ਚੜਿਆ ਨਾ, ਦਿਨ ਜੇ ਆਰੰਭ ਹੋ ਰਿਹਾ ਹੈ, ਭੋਰ ਹੋਈ ਹੈ, ਮਹਿਤਾ ਕਾਲੂ ਜੀ ਨੇ ਸੇਵਕ ਸੱਦਿਆ ਆਪਣੇ ਕੋਲ ਜੀ। ਪਟਵਾਰੀ ਨੇ, ਬਹੁਤ ਨੌਕਰ ਚਾਕਰ ਹੈ ਘਰ 'ਚ, ਇੱਕ ਨੌਕਰ ਨੂੰ ਕੋਲ ਸੱਦਿਆ। ਹਾਂਜੀ। ਦਿਜਬਰ ਸਦਨ ਜਹਾ ਤੂੰ ਧਾਇਆ। ਕਹਿਣ ਲੱਗੇ, ਜਾ ਭੱਜ ਕੇ ਜਾ ਤੇ ਬ੍ਰਾਹਮਣ ਨੂੰ ਖਬਰ ਦੇ ਕੇ ਆ। ਕਿਉਂ? ਉਹਦਾ ਵੀ ਕਾਰਨ ਪਤਾ ਲੱਗ ਜਾਏਗਾ। ਹਾਂਜੀ। ਦੈਵਕ ਜੋ ਹਰ ਦਿਆਲ ਪਰ ਬਿਨਾ। ਸਭ ਤੋਂ ਸਿਆਣਾ ਤੇ ਕੁੱਲ ਪ੍ਰੋਹਤ ਹੈ ਪ੍ਰੋਹਤ ਹਰਦਿਆਲ ਜੀ। ਬੜੇ ਵੱਡੇ ਨਾਮ ਜੀ, ਬੜਾ ਵੱਡੇ ਭਾਗ ਹੈ। ਨਾਮ ਇਹਨਾਂ ਦਾ ਹਰਦਿਆਲ ਹੈ ਜੀ। ਵਾਕਈ ਰੱਬ ਇਹਨਾਂ ਤੇ ਦਿਆਲੂ ਹੈ ਜੀ। ਰੱਬ ਇਹਨਾਂ ਤੇ ਦਿਆਲੂ ਹੈ ਜੀ, ਹਰਦਿਆਲ ਜੀ ਉੱਤੇ ਜੀ। ਕਹਿਣ ਲੱਗੇ, ਉਹਨਾਂ ਨੂੰ ਦੱਸ ਗਿਆ, ਜਿਵੇਂ ਅੱਜ ਸਰਟੀਫਿਕੇਟ ਲੈਣਾ ਹੁੰਦਾ ਹੈ, ਕਾਰਪੋਰੇਸ਼ਨ 'ਚ ਲਿਖਾਉਂਦੇ ਆ ਜੀ, ਸਾਰੀ ਕਾਰਵਾਈ ਹੁੰਦੀ ਹੈ। ਉਦੋਂ ਬ੍ਰਾਹਮਣ ਇਹ ਸਾਰਾ ਕੰਮ ਕਰਦੇ ਸਨ ਜੀ। ਹਾਂਜੀ। ਅਨੋ ਤਾਹੇ ਬਿਲੰਬ ਬਹੀਨਾ। ਮਹਿਤਾ ਕਾਲੂ ਜੀ ਕਹਿਣ ਲੱਗੇ, ਦੇਰ ਨਾ ਲਾ, ਹਰਦਿਆਲ ਜੀ ਨੂੰ ਛੇਤੀ ਸੱਦ ਕੇ ਲੈ ਕੇ ਆ। ਉਹਨਾਂ ਨੂੰ ਆਖੋ ਛੇਤੀ ਆਵੋ। ਹਾਂਜੀ। ਸੁਨਤ ਦਾਸ ਬਿਜ ਸਦਨ ਸੁਜਾਈ। ਦਾਸ ਉਸੇ ਵੇਲੇ ਸੁਣ ਕੇ ਬ੍ਰਾਹਮਣ ਜੀ ਦੇ ਘਰ ਗਿਆ ਜੀ। ਹਾਂਜੀ। ਦਰ ਪਰ ਤਿਸ਼ਟ ਗੁਹਾਰ ਸੁਨਾਈ। ਤੇ ਬਾਬਾ ਹਰਦਿਆਲ ਜੀ ਦਾ ਦਰਵਾਜ਼ਾ ਬੰਦ ਹੈ। ਖੜਕਾਇਆ,
ਆਵਾਜ਼ ਦਿੱਤੀ ਜੀ ਸੇਵਕ ਨੇ। ਸੁਰਤਵਾ ਬਚਨ ਬਿਪਰ ਹਰ ਦਿਆਲਾ। ਉਹ ਕੁੰਡਾ ਖੜਕਣ ਦੀ ਆਵਾਜ਼ ਜਦੋਂ ਹਰਦਿਆਲ ਜੀ ਨੇ ਸੁਣੀ ਨਾ ਜੀ, ਹਾਂਜੀ, ਆਲੇ ਦਰ ਨਿਕਸਿਓ ਤਤਕਾਲਾ। ਦਰਵਾਜ਼ਾ ਖੋਲਿਆ ਜੀ। ਬਜ਼ੁਰਗ ਸਰੀਰ ਹੈ ਹਰਦਿਆਲ ਜੀ ਦਾ, ਜਨੇਊ ਪਾਇਆ, ਧੋਤੀ ਲਾਈ ਹੈ, ਤੇ ਦਰਵਾਜ਼ਾ ਖੋਲ ਕੇ ਵਿੱਚ ਖਲੋ ਗਏ ਜੀ। ਤੜਕੇ ਤੜਕੇ ਬੰਦਾ ਆ ਜੀ, ਪੁੱਛਦੇ ਵੀ ਸਭ ਸੁੱਖ ਹੈ? ਹਾਂਜੀ। ਦਿਜਜੂ ਕਾਲੂ ਮੁਝੇ ਪਠਾਇਆ। ਉਹਨੇ ਦੱਸਿਆ ਜੀ, ਕਹਿਣ ਲੱਗਾ ਜੀ ਮੈਨੂੰ ਮਹਿਤਾ ਕਾਲੂ ਜੀ ਨੇ ਤੁਹਾਡੇ ਕੋਲ ਭੇਜਿਆ। ਹਾਂਜੀ। ਚੱਲੋ ਆਪ ਤਤਕਾਲ ਬੁਲਾਇਆ। ਛੇਤੀ ਸੱਦਿਆ ਤੁਹਾਨੂੰ, ਕਿਰਪਾ ਕਰੋ ਤੇ ਛੇਤੀ ਛੇਤੀ ਸੱਦਿਆ, ਛੇਤੀ ਪਹੁੰਚੋ, ਮੇਰੇ ਨਾਲ ਚੱਲੋ। ਹਾਂਜੀ। ਕਹਿ ਦਿਜ ਹਉ ਆਵੂ ਕਰ ਪੂਜਾ। ਗੱਜ ਕੇ ਆਖੋ ਵਾਹਿਗੁਰੂ। ਫੇਰ ਆਖੋ ਸਾਰੇ। ਵੇਖ ਲੋ ਹਰਦਿਆਲ ਜੀ, ਐਵੇਂ ਥੋੜੀ ਰੱਬ ਉਹਨਾਂ ਤੇ ਦਿਆਲੂ ਹੈ ਜੀ, ਕੋਈ ਕਾਰਨ ਹੈ। ਉਹਨਾਂ ਇਹ ਨਹੀਂ ਸੋਚਿਆ ਵੀ ਮੈਨੂੰ ਇੰਨੇ ਵੱਡੇ ਬੰਦੇ ਨੇ ਸੱਦਿਆ ਤੇ ਮੈਂ ਆਪਣਾ ਨਿਤਨੇਮ ਛੱਡ ਕੇ ਚਲੇ ਜਾ। ਕਹਿਣ ਲੱਗੇ ਮੈਂ ਨਿਤਨੇਮ ਕਰਕੇ ਆਉਣਾ। ਆਪਣਾ ਨਿਤਨੇਮ ਦਾ ਅਰਥ ਰੋਜ਼ ਜੋ ਪੂਜਾ ਕਰਦੇ ਆ। ਕਹਿੰਦੇ ਮੈਂ ਪੂਜਾ ਕਰਕੇ ਫੇਰ ਆਵਾਂਗਾ। ਕਹਿਣ ਲੱਗੇ ਸਾਨੂੰ ਤੇ ਸਭ ਭੁੱਲ ਜਾਂਦਾ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਮ ਬੰਦਾ ਸਭ ਕੁਝ ਭੁਲਾ ਬੈਠਦਾ ਜੀ। ਕਹਿੰਦੇ ਮੈਂ ਆਪਣਾ ਨੇਮ ਕਰਾਂਗਾ ਫੇਰ ਆਵਾਂਗਾ। ਬਹਰ ਕਰੂ ਨਹਿ ਕਾਰਜ ਦੂਜਾ। ਜਿੰਨਾ ਚਿਰ ਤੱਕ ਕਹਿਣ ਲੱਗੇ ਮੈਂ ਪੂਜਾ ਨਹੀਂ ਨਾ ਕਰ ਲੈਂਦਾ, ਉਹਨਾਂ ਚਿਰ ਤੱਕ ਮੈਂ ਦੂਜਾ ਕੰਮ ਨਹੀਂ ਕੋਈ ਕਰਦਾ। ਕਹਿਣ ਲੱਗੇ ਹਰਦਿਆਲ ਜੀ ਕਹਿੰਦੇ ਜੀ, ਜਿੰਨਾ ਚਿਰ ਤੱਕ ਮੈਂ ਪੂਜਾ ਨਹੀਂ ਕਰ ਲੈਂਦਾ। ਹੁਣ ਨਿੰਦਿਆ ਕਰਨ ਨੂੰ ਤੇ ਬੰਦਾ ਮਿੰਟ ਲਾਉਂਦਾ ਜੀ, ਕਿੰਨਾ ਵੱਡਾ ਗੁਣ ਹੈ ਜੀ ਉਹਨਾਂ ਵਿੱਚ ਜੀ। ਕਹਿੰਦੇ ਮੈਂ ਪੂਜਾ ਕਰਕੇ ਤੁਹਾਡੇ ਘਰ ਆਵਾਂਗਾ, ਮਹਿਤਾ ਜੀ ਨੂੰ ਆਖ ਦਿਓ, ਫੇਰ ਹੀ ਕੋਈ ਹੋਰ ਕੰਮ ਕਰਾਂਗਾ। ਹਾਂਜੀ। ਸੁਨ ਉੱਤਰ ਕੋ ਤਿਹ ਛਿਨ ਦਾਸਾ। ਦਾਸ ਨੇ, ਨੌਕਰ ਨੇ ਇਹ ਗੱਲ ਸੁਣੀ ਜੀ। ਹਾਂਜੀ। ਕਾਲੂ ਪਾਸ ਕਰੀ ਅਰਦਾਸਾ। ਤੇ ਫਿਰ ਜਾ ਕੇ ਮਹਿਤਾ ਕਾਲੂ ਜੀ ਨੂੰ ਗੱਲ ਦੱਸੀ ਤੇ ਮਹਿਤਾ ਕਾਲੂ ਜੀ ਤੇ ਬਹੁਤ ਖੁਸ਼ ਨੇ ਜੀ। ਜਿਹਦੇ ਘਰ ਪੁੱਤ ਹੋਇਆ ਹੋਵੇ ਉਹ ਕਿਉਂ ਨਹੀਂ ਖੁਸ਼ ਹੋਏਗਾ ਜੀ। ਹਾਂਜੀ। ਘਟੀ ਪਾਂਚ ਲੋ ਅਰੁਣਾ ਕਰਕੇ। 5 ਘੜੀਆਂ ਫਿਰ ਉਹਨੇ ਪੂਜਾ ਕੀਤੀ ਜੀ। 5 ਘੜੀਆਂ ਜੀ, ਲਗਭਗ 1 ਪੈਰ ਤੋਂ ਉੱਤੇ ਜੀ, 3-3.25 ਘੰਟੇ ਉਹਨੇ ਪੂਜਾ ਕੀਤੀ ਜੀ। ਹਾਂਜੀ। ਆਇਓ ਦਵਿਜ ਸ਼ੁਭ ਸਗਨ ਵਿਚਰ ਕੇ। ਫਿਰ ਹਰਦਿਆਲ ਜੀ ਪੂਰਾ ਸਹੀ ਸਮਾਂ ਵਿਚਾਰ ਕੇ ਫਿਰ ਉਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆਏ ਜੀ। ਭਾਗ ਵੇਖ ਲਓ, ਇਹਨਾਂ ਨੇ ਮਹਾਰਾਜ ਦੇ ਦਰਸ਼ਨ ਕਰਨੇ ਆ ਜੀ। ਆਖੋ ਵਾਹਿਗੁਰੂ। ਆਮ ਦੁਨੀਆ ਤੇ ਬਹੁਤ ਵਹਿੰਦੀ ਆ ਜੀ। ਹੁਣ ਮੈਂ ਤਾਂ ਕੱਲ ਵਾਹਿਗੁਰੂ ਹਰਦਿਆਲ ਜੀ ਸਿਆਣੇ ਬੜੇ ਆ ਜੀ। ਹੁਣੇ ਤੁਸੀਂ ਸੁਣੋਗੇ ਦਰਸ਼ਨ ਕਰਨ ਦਾ ਤਰੀਕਾ ਜੀ। ਹਾਂਜੀ। ਕਾਲੂ ਕੋ ਸਵਸਥਾਨ ਬਸਨਾਇਓ। ਹਾਂਜੀ। ਪੇਖਿਓ ਸ਼ਾਕੋ ਔਰ ਹੁਲਸਾਇਓ। ਤੇ ਹਰਦਿਆਲ ਜੀ ਜਦੋਂ ਆਏ ਨਾ ਘਰ 'ਚ, ਉਹਨਾਂ ਵੇਖਿਆ ਵੀ ਘਰ 'ਚ ਖੁਸ਼ੀਆਂ ਦਾ ਮਾਹੌਲ ਹੈ, ਚਾਵਾਂ ਦਾ ਮਾਹੌਲ ਹੈ। ਮਹਿਤਾ ਕਾਲੂ ਜੀ ਨੇ ਹਰਦਿਆਲ ਜੀ ਨੂੰ ਨਮਸਕਾਰ ਕੀਤੀ, ਆਸ਼ੀਰਵਾਦ ਦਿੱਤਾ ਜੀ। ਹਾਂਜੀ। ਦੋਹਰਾ ਦਿਜਬਰ ਕੋ ਲਿਆ ਜਰ ਮੈਂ ਸਾਦਰ ਆਸਨ ਡਾਸ। ਤੇ ਸਤਿਗੁਰਾਂ ਦੇ ਪਿਤਾ ਜੀ ਨੇ, ਬਾਬਾ ਮਹਿਤਾ ਕਾਲੂ ਜੀ ਨੇ ਵਿਹੜੇ ਦੇ ਵਿੱਚ ਮੰਜਾ ਡਾਇਆ ਜੀ, ਫਿਰ ਆਸਣ ਲਾਇਆ ਜੀ। ਤੇ ਹਰਦਿਆਲ ਜੀ ਨੂੰ ਬੇਨਤੀ ਕਰਕੇ ਉਸ ਆਸਣ ਦੇ ਉੱਤੇ ਬਿਠਾਇਆ ਜੀ। ਹਾਂਜੀ। ਬੈਠਾਇਓ ਬਹੁ ਪਾਉ ਕਰ ਆਪ ਬੈਸ ਤਿਸ ਪਾਸ। ਬਹੁਤ ਪ੍ਰੇਮ ਨਾਲ ਬਿਠਾਇਆ, ਖੁਸ਼ੀਆਂ ਦੇ ਨਾਲ, ਤੇ ਫਿਰ ਆਪ ਵੀ ਲਾਗੇ ਹੀ ਬੈਠ ਗਏ ਜੀ। ਖੁਸ਼ੀ ਜਦੋਂ ਬੰਦੇ ਦੇ ਅੰਦਰ ਹੁੰਦੀ ਹੈ ਨਾ, ਡੁੱਲ ਡੁੱਲ ਬਾਹਰ ਆਉਂਦੀ ਹੈ ਜੀ। ਉਦਾਸੀ ਵੀ ਡੁੱਲ ਡੁੱਲ ਬਾਹਰ ਆਉਂਦੀ ਤੇ ਉਹਦਾ ਵੀ ਪਤਾ ਲੱਗ ਜਾਂਦਾ ਜੀ। ਹਾਂਜੀ।
ਚੌਪਈ ਕਹਿ ਕਾਲੂ ਸੁਨ ਸ੍ਰੋਣ ਦੇ ਜਿੰਦੂ। ਤੇ ਕੋਲ ਬੈਠ ਗਏ ਮਹਿਤਾ ਕਾਲੂ ਜੀ ਤੇ ਫਿਰ ਕਹਿਣ ਲੱਗੇ, ਕਹਿੰਦੇ ਹੇ ਬ੍ਰਾਹਮਣ ਰਾਜ ਮੇਰੀ ਗੱਲ ਧਿਆਨ ਨਾ ਸੁਣੋ। ਕਹਿੰਦੇ ਹਾਂਜੀ। ਦਇਓ ਸਦਨ ਮਮ ਤਾਤ ਗੋਬਿੰਦੂ। ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਮੈਨੂੰ ਪੁੱਤਰ ਦਿੱਤਾ। ਕਹਿਣ ਲੱਗੇ ਆਖੋ ਸਤਨਾਮ। ਪੁੱਤਰ ਹੋਇਆ ਮੇਰੇ ਘਰ। ਕਹਿਣ ਲੱਗੇ ਹਾਂਜੀ। ਮੁਝ ਪਰ ਨਿਜ ਅਨਕੰਪਾ ਧਾਰੋ। ਤੇ ਤੁਸੀਂ ਵੀ ਮੇਰੇ ਤੇ ਕਿਰਪਾ ਕਰੋ। ਕਹਿਣ ਲੱਗੇ ਹਾਂਜੀ। ਸੋਧ ਮਹੂਰਤ ਲਗਨ ਵਿਚਾਰੋ। ਕੀ ਕਰਨਾ ਹੈ? ਮਹੂਰਤ ਸੋਧ ਕੇ ਲਗਨਾਂ ਦੀ ਵਿਚਾਰ ਕਰੋ। ਹਾਂਜੀ। ਭੇਦ ਸ਼ੁਭਾਸ਼ੁਭ ਸਭ ਲਖ ਲੀਜੈ। ਭਵ ਪਤਰੀ ਇਸ ਕੀ ਲਿਖ ਦੀਜੈ। ਤੇ ਜਨਮ ਪੱਤਰੀ ਲਿਖੋ ਸਾਰੇ ਭੇਦ ਜਾਣ ਕੇ। ਇਹੋ ਜਨਮ ਪੱਤਰੀ ਮੰਗਾਈ ਸੀ ਨਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਇਹਨੂੰ ਹੀ ਮਹਾਰਾਜ ਨੇ ਸੀਸ ਤੇ ਰੱਖਿਆ, ਇੱਥੇ ਲਾਇਆ, ਸਤਿਕਾਰ ਕੀਤਾ ਸੀ। ਪਿਤਾ ਜੀ ਕਹਿਣ ਲੱਗੇ ਜਨਮ ਪੱਤਰੀ ਲਿਖ ਦਿਓ ਬਾਲਕ ਦੀ। ਹਾਂਜੀ। ਕੁੰਕਮ ਕਾਗਦ ਕਾਲੂ ਆਨੋ। ਗਣਪਤ ਪੂਜ ਗ੍ਰਹਿਣ ਸਨਮਾਨੋ। ਤੇ ਫਿਰ ਪੰਡਤ ਜੀ ਹੋਣਾ ਨੇ ਜਿਵੇਂ ਕਰਨਾ ਸੀਗਾ ਜੀ, ਕੇਸਰ ਲੈ ਕੇ ਕਾਗਜ਼ ਤੇ ਲਾਇਆ ਜੀ, ਗਣਪਤੀ ਨੂੰ ਬਣਾਇਆ, ਪੂਜਾ ਕੀਤੀ ਜੀ ਉਹਦੀ ਜੀ। ਕਈ ਕਹਿਣਗੇ ਲਓ ਜੀ ਇਹ ਕੀ ਗੱਲਾਂ। ਸੰਗਤ ਜੀ ਉਦੋਂ ਇਹ ਸਾਰਾ ਕੁਝ ਹੁੰਦਾ ਸੀਗਾ ਜੀ ਪਰਿਵਾਰਾਂ 'ਚ, ਉਦੋਂ ਹੁੰਦਾ ਸੀਗਾ ਜੀ। ਹਾਂਜੀ। ਬਾਲਕ ਸ਼ਬਦ ਲੈ ਜੋ ਜਨਮਾ। ਹੁਣ ਪ੍ਰੋਹਤ ਜੀ ਕਹਿਣ ਲੱਗੇ ਆ, ਕਹਿੰਦੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਸ ਬਾਲਕ ਨੇ ਜਨਮ ਲਿਆ ਇਹਨੇ ਸਭ ਤੋਂ ਪਹਿਲਾਂ ਕਿਹੜਾ ਅੱਖਰ ਬੋਲਿਆ ਸੀਗਾ। ਹੁਣ ਇਹਨੂੰ ਧਿਆਨ ਨਾਲ ਸੁਣੇ। ਬਾਲਕ ਰੋਂਦੇ ਆ, ਕਈ ਐੜੇ ਤੋਂ ਸ਼ੁਰੂ ਕਰਦੇ ਰੋਣਾ, ਕਈ ਊੜੇ ਤੋਂ ਸ਼ੁਰੂ ਕਰਦੇ ਆ ਰੋਣਾ। ਇਹਦਾ ਵੀ ਬੰਦੇ ਦੀ ਜ਼ਿੰਦਗੀ 'ਚ ਬੜਾ ਅਸਰ ਹੈਗਾ ਜੀ। ਪਰ ਵੱਡੀ ਗੱਲ ਮਹਾਰਾਜ ਤੇ ਰੋਏ ਹੀ ਨਹੀਂ ਜੀ। ਆਖੋ ਵਾਹਿਗੁਰੂ। ਮਹਾਰਾਜ ਤੇ ਨਹੀਂ ਆਮ ਬੱਚਿਆਂ ਵਾਂਗੂ ਰੋਏ ਜੀ। ਕਹਿੰਦੇ ਵੀ ਮੈਨੂੰ ਇਹ ਦੱਸੋ ਵੀ ਪਹਿਲਾ ਅੱਖਰ ਕਿਹੜਾ ਲਿਆ ਸੀ ਇਹਨਾਂ ਨੇ, ਕਿਹੜੀ ਆਵਾਜ਼ ਕੱਢੀ ਸੀਗੀ। ਉਹ ਕਿਹਨੂੰ ਪਤਾ ਹੋਣਾ? ਉਹ ਤੇ ਦਾਈ ਨੂੰ ਹੀ ਪਤਾ ਹੋਣਾ ਇਹਨਾਂ। ਹਾਂਜੀ। ਸੋ ਸ਼ਬਦ ਸੁਣਾਓ ਸ਼ਰਵਨ ਮਾ। ਕਹਿਣ ਲੱਗੇ ਮੇਰੇ ਕੰਨਾਂ 'ਚ ਉਹ ਸ਼ਬਦ ਪਾਓ ਜਿਹੜਾ ਇਹਨਾਂ ਨੇ ਪਹਿਲਾਂ ਉਚਾਰਿਆ ਸੀਗਾ ਜੀ। ਹਾਂਜੀ। ਭਇਓ ਕਾਲ ਕਿਸ ਜਨਮ ਸੁਨਾਵੋ। ਫਿਰ ਕਿਸ ਸਮੇਂ ਜਨਮ ਹੋਇਆ? ਬਿਲਕੁਲ ਸਹੀ ਸਹੀ ਉਹ ਸਮਾਂ ਦੱਸੋ ਜੀ। ਹਾਂਜੀ। ਬੁੱਝੋ ਧਾਏ ਹਜੂਰ ਬੁਲਾਵੋ। ਤੇ ਉਹ ਦਾਈ ਨੂੰ ਬੁਲਾ ਕੇ ਪੁੱਛੋ। ਕਹਿਣ ਲੱਗੇ ਜਾਂ ਹਰਦਿਆਲ ਜੀ ਕਹਿਣ ਲੱਗੇ ਵੀ ਮੇਰੇ ਕੋਲੋਂ ਮੇਰੇ ਸਾਹਮਣੇ ਲਿਆਓ ਉਹਨੂੰ ਪੁੱਛੀਏ। ਕਹਿਣ ਲੱਗੇ ਤੇ ਦਾਈ ਤੇ ਭਾਗ ਹੀ ਬੜੇ ਵੱਡੇ ਹੋ ਗਏ ਸੀਗੇ ਜੀ। ਹਾਂਜੀ। ਸ੍ਰੀ ਨਾਨਕ ਕੀ ਦੌਲਤ ਦਾਈ। ਆਖੋ ਵਾਹਿਗੁਰੂ। ਗੱਜ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਸਮੇਂ ਦਾਈ ਦੀ ਸੇਵਾ ਕਿਸ ਦਾਈ ਨੇ ਕੀਤੀ ਹੈ? ਦੌਲਤਾਂ ਦਾਈ ਨੇ। ਵੇਖੋ ਕਵੀ ਸੰਤੋਖ ਸਿੰਘ ਕਿੱਡਾ ਸੋਹਣਾ ਲਿਖਦੇ, ਸ੍ਰੀ ਨਾਨਕ ਕੀ ਦੌਲਤ ਦਾਈ। ਦੌਲਤਾਂ ਦਾਈ ਹੈ ਕਹਿਣ ਲੱਗੇ। ਹਾਂਜੀ। ਸੋ ਕਾਲੂ ਤਤਕਾਲ ਬੁਲਾਈ। ਬਾਬਾ ਮਹਿਤਾ ਕਾਲੂ ਜੀ ਨੇ ਤਤਕਾਲ ਉਹਨੂੰ ਸੱਦਿਆ ਵੀ ਦਾਈ ਨੂੰ ਸੱਦੋ। ਦਾਈ ਆ ਗਈ ਜੀ। ਹਾਂਜੀ। ਪਠੇ ਦਾਸ ਸਭ ਸੌਜ ਮੰਗਾਈ। ਹਾਂਜੀ। ਜੋ ਜੋ ਦਿਜਬਰ ਦੀਨ ਰਜਾਈ। ਦਾਈ ਆਨੰਦ ਵਿੱਚ ਹੈ ਤੇ ਜੁੜੀ ਪਈ ਹੈ ਜੀ। ਜੁੜੀ ਪਈ ਜੀ। ਉਹ ਇੱਕ ਰਸ 'ਚ ਮਗਨ ਹੈ ਜੀ। ਦਾਈ ਆ ਗਈ। ਪ੍ਰੋਹਤ ਜੀ ਨੇ ਕੁਝ ਸਮਾਨ ਲੈਣ ਲਈ ਕੁਝ ਸਮਾਨ ਲਿਖਿਆ ਵੀ ਆਹ ਸਮਾਨ ਲੈ ਕੇ ਆਓ, ਪੂਜਾ ਕਰਨੀ ਹੈ। ਮਹਿਤਾ ਕਾਲੂ ਜੀ ਨੇ ਉਹ ਵੀ ਸਮਾਨ ਸਾਰਾ ਮੰਗਵਾ ਲਿਆ ਜੀ। ਦਾਈ ਵੀ ਆ ਕੇ ਬੈਠ ਗਈ ਜੀ। ਹਾਂਜੀ। ਦੋਹਰਾ ਗ੍ਰਹਿ ਬਖੇਕ ਕੀ ਵਸਤ ਸਭ ਕਾਲੂ ਤਹ ਤੇ ਲਿਆਏ। ਗ੍ਰਹਿ ਪੂਜਣ ਦੀਆਂ ਸਾਰੀਆਂ ਵਸਤੂਆਂ ਜਿਹੜੀਆਂ ਉਹ ਮੰਗਾ ਲਈਆਂ ਜੀ, ਜੋ ਜਿਵੇਂ ਮਰਿਆਦਾ ਸੀਗੀ ਜੀ ਉਸ ਸਮੇਂ ਦੀ।
हाँ जी। बहरो बैस्यो पास बिप बदन है बचन अलाए। ते फिर ना जी हरदयाल जी बैठे है, मेहता कालू जी बैठे है, दाई दौलत आ गई है, कुछ होर वेड़े च प्रेमी बैठे है। ते हरदयाल जी पुछदे है पुरोहित जी, हाँ चौपई घटी एक दो जाम त्रिजमा। हाँ जी। बीती हुती सिस भव अबरम। पुछया दाई नू भी बालक दा जन्म किस समय होया। ते पुराने जेड़े बजुर्ग ने ना, पुराने बजुर्ग तजर्बेकार, ਉਹ ਸੰਗਤ जी रात ਨੂੰ ਤੁਸੀਂ ਉਹਨਾਂ ਨੂੰ ਪੁੱਛ ਲਿਓ ਸਹੀ ਕਿੰਨੇ ਵਜੇ ਆ। ਉਹਨਾਂ ਦੱਸ ਦੇਣਾ ਵੀ 2 ਵਜੇ ਆ, ਤੇ ਘੜੀ ਵੇਖ ਲਿਓ ਤੇ 2 ਹੀ ਵਜੇ ਹੁੰਦੇ ਆ ਜੀ। ਉਹਨਾਂ ਨੂੰ ਬਿਲਕੁਲ ਸਹੀ ਸਮੇਂ ਦੇ ਅੰਦਾਜ਼ੇ ਹੁੰਦੇ ਆ, ਬਿਲਕੁਲ ਸਹੀ ਹੁੰਦੇ ਉਹਨਾਂ ਦੇ ਅੰਦਾਜ਼ੇ 'ਚ। ਦਾਈ ਨੇ ਦੱਸਿਆ, ਕਹਿਣ ਲੱਗੀ 1 ਘੜੀ 2 ਪਹਿਰ ਰਾਤ ਬੀਤੀ ਸੀਗੀ। हाँ जी। कौन शब्द ले उपजियो बालक। वाहिगुरु 1 घड़ी 2 ਪਹਿਰ ਰਾਤ ਬੀਤੀ ਸੀਗੀ ਜਦੋਂ ਇਹਨਾਂ ਨੇ ਆਗਮਨ ਧਾਰਨ ਕੀਤਾ। ਲਗਭਗ ਅੰਮ੍ਰਿਤ ਵੇਲੇ ਦਾ ਸਮਾਂ ਜੀ। ਗੱਜ ਕੇ ਆਖੋ ਵਾਹਿਗੁਰੂ। 1 ਘੜੀ 2 ਜਾਮ ਤ੍ਰਿਜਾਮਾ ਬੀਤੀ ਹੁਤੀ ਸਿਸ ਭਵ ਅਬਿਰਾਮਾ। ਕੌਣ ਸ਼ਬਦ ਲੈ ਉਪਜਿਓ ਬਾਲਕ। ਹਰਦਿਆਲ ਜੀ ਪੁੱਛਦੇ, ਕਹਿੰਦੇ ਸ਼ਬਦ ਕਿਹੜਾ ਸੀਗਾ ਜਦੋਂ ਇਹਨਾਂ ਦਾ ਜਨਮ ਹੋਇਆ, ਬਾਲਕ ਦਾ ਜਨਮ ਹੋਇਆ, ਮੁਖੋਂ ਕਿਹੜਾ ਸ਼ਬਦ ਬੋਲਿਆ। ਹਾਂ ਤਾਏ ਬਤਾਵੋ ਸੋ ਤਤਕਾਲ। ਛੇਤੀ ਛੇਤੀ ਉਹ ਵੀ ਸਮਾਂ ਦੱਸਦੇ ਕਹਿਣ ਲੱਗੇ। ਹਾਂਜੀ। ਬੋਲੀ ਬਚਨ ਦੌਲਤਾ ਦਾਈ। ਤੇ ਫਿਰ ਦੌਲਤਾਂ ਦਾਈ ਬਚਨ ਬੋਲੀ ਜੀ। ਭਾਵ ਉਹਨੇ ਗੱਲ ਸ਼ੁਰੂ ਕੀਤੀ ਜੀ ਸਾਰੀ, ਉਹਨੇ ਆਨੰਦ ਰਸ ਮਾਣਿਆ ਜੀ। ਹਾਂਜੀ। ਸੁਨੋ ਬਿਰਤਾਂਤ ਅਹੋ ਦਿਜਰਾਈ। ਕੁਲ ਪੁਰੋਹਿਤ ਹੈ ਨਾ, ਦਿਜਰਾਈ ਬ੍ਰਾਹਮਣਾਂ ਦਾ ਰਾਜਾ ਸ੍ਰੇਸ਼ਟ। ਦਾਈ ਜੀ ਕਹਿਣ ਲੱਗੀ ਹੁਣ ਸੁਣਿਓ ਫਿਰ ਧਿਆਨ ਨਾਲ। ਹਾਂਜੀ। ਬਹੁ ਸਿਸ ਜਨਮੇ ਮਮ ਕਰ ਮਾਹੀ। ਅੱਜ ਤੱਕ ਇਹਨਾਂ ਹੱਥਾਂ ਰਾਹੀਂ ਬਹੁਤ ਬਾਲਕਾਂ ਨੇ ਜਨਮ ਲਿਆ। ਕਹਿਣ ਲੱਗੀ ਅੱਜ ਤੱਕ ਇਹਨਾਂ ਹੱਥਾਂ ਰਾਹੀਂ ਬਹੁਤ ਬਾਲਕਾਂ ਨੇ ਜਨਮ ਲਿਆ। ਹਾਂਜੀ। ਜਹੇ ਅਚਰਜ ਕਬ ਦੇਖਿਓ ਨਾਹੀ। ਪਰ ਇਹੋ ਜੀ ਹੈਰਾਨੀ ਜਨਕ ਕੌਤਕ ਮੈਂ ਅੱਜ ਤੱਕ ਨਹੀਂ ਵੇਖਿਆ। ਕਹਿਣ ਲੱਗੀ ਜੋ ਇਸ ਵਾਰ ਵਰਤਿਆ। ਹਾਂਜੀ। ਦੀਰਘ ਨਰ ਜੋ ਬਿਗਸ ਮਿਲੇ ਹੈ। ਦੀਰਘ ਨਰ ਜਿਉ ਬਿਗਸ ਮਿਲੇ ਹੈ। ਬਿਗਸਣਾ ਖੁਸ਼ੀ ਨਾਲ। ਕਹਿਣ ਲੱਗੀ ਜਿਵੇਂ ਵੱਡੇ ਬੰਦੇ ਨਾ, ਵੱਡੇ ਮਨੁੱਖ, ਸਿਆਣੇ ਪੁਰਸ਼, ਦਾਨੇ ਪੁਰਸ਼ ਇੱਕ ਦੂਜੇ ਨੂੰ ਮਿਲਦੇ ਤੇ ਖੁਸ਼ ਹੋ ਕੇ ਨਹੀਂ ਮਿਲਦੇ। ਹਾਂਜੀ। ਤਿਉ ਇਨ ਕੀਨੇ ਸ਼ਬਦ ਭਲੇ ਹੈ। ਇਸੇ ਤਰ੍ਹਾਂ ਇਹਨਾਂ ਨੇ ਵੀ ਖੁਸ਼ ਹੋ ਕੇ ਮੇਰੇ ਨਾਲ ਮਿਲਾਪ ਕੀਤਾ। ਇਹਦਾ ਭਾਵ ਮਹਿਤਾ ਜੀ ਵਾਹਿਗੁਰੂ ਪੰਡਤ ਜੀ ਨੂੰ ਦੱਸਿਆ, ਪੰਡਤ ਜੀ ਆਮ ਜਿੰਨੇ ਬਾਲਕ ਜਨਮਦੇ ਆ ਉਹ ਰੋਂਦੇ ਪੈਦਾ ਹੁੰਦੇ ਆ। ਇੱਕ ਇਹ ਨੇ ਜਦੋਂ ਇਹਨਾਂ ਦਾ ਆਗਮਨ ਹੋਇਆ, ਜਨਮ ਹੋਇਆ, ਇਹ ਰੋਏ ਨਹੀਂ। ਕਹਿਣ ਲੱਗੇ ਇਹ ਤੇ ਹੱਸ ਰਹੇ ਸਨ, ਇਹ ਤੇ ਖੁਸ਼ ਨੇ। ਹੁਣ ਮਹਾਰਾਜ ਦਾ ਆਉਣਾ ਹੀ ਇੱਕ ਬੜੀ ਵੱਡੀ ਕਰਾਮਾਤ ਹੈ। ਸਾਧ ਸੰਗਤ ਜੀ, ਆਉਣਾ ਹੀ, ਜਨਮ ਲੈਣਾ ਹੀ ਇੱਕ ਕੋਈ ਛੋਟੀ ਕਰਾਮਾਤ ਨਹੀਂ, ਬੜੀ ਵੱਡੀ ਗੱਲ ਹੈਗੀ ਹੈ ਜੀ। ਭਾਈ ਗੁਰਦਾਸ ਜੀ ਇੱਕ ਪੌੜੀ ਲਿਖਦੇ ਆ, ਕਹਿੰਦੇ ਵੈਦ ਕਹਿੰਦਾ ਜਨਮ ਸਮੇਂ ਬੱਚਾ ਰੋਂਦਾ ਹੈ ਕਿਉਂਕਿ ਉਹਨੂੰ ਜਨਮ ਦੀ ਭੀੜ ਹੈ। ਸੰਤ ਮਹਾਂਪੁਰਖ ਕਹਿੰਦੇ ਆ ਨਹੀਂ, ਬੱਚਾ ਤਾਂ ਰੋਂਦਾ ਕਿਉਂਕਿ ਸੁਰਤ ਪਰਮੇਸ਼ਰ ਨਾਲੋਂ ਵਿਛੜ ਜਾਂਦੀ ਹੈ, ਟੁੱਟ ਜਾਂਦੀ ਹੈ, ਲਿਵ ਛੁੱਟ ਜਾਂਦੀ ਹੈ, ਉਹ ਤਾਂ ਰੋਂਦਾ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨਹੀਂ ਰੋਏ। ਕਿਉਂ? ਨਾ ਉਹਨਾਂ ਨੂੰ ਜਨਮ ਦੀ ਪੀੜਾ ਦੀ। ਆਖੋ ਵਾਹਿਗੁਰੂ। ਦੂਜੀ ਗੱਲ ਕਹਿਣ ਲੱਗੇ
ਉਹਨਾਂ ਦੀ ਸੁਰਤ ਟੁੱਟੀ ਨਹੀਂ ਤੇ ਉਹਨਾਂ ਕੀ ਰੋਣਾ ਕਹਿਣ ਲੱਗੇ। ਉਹ ਤੇ ਦੂਜਿਆਂ ਦੀ ਜੋੜਨ ਵਾਸਤੇ ਆਏ ਨੇ, ਉਹਨਾਂ ਕੀ ਰੋਣਾ ਕਹਿਣ ਲੱਗੇ। ਦਾਈ ਕਹਿੰਦੀ ਦੀਰਘ ਨਾਰ ਜਿਉ ਬੇਗਸ ਮਿਲੇ ਹੈ, ਤਿਉ ਇਨ ਕੀਨੋ ਸ਼ਬਦ ਭਲੇ ਹੈ। ਕਿਹੜਾ ਸ਼ਬਦ ਦੱਸਾਂ ਤੁਹਾਨੂੰ, ਉਹ ਬੜਾ ਭਲਾ ਸ਼ਬਦ ਹੈ ਕਹਿਣ ਲੱਗੀ, ਜਿਹੜਾ ਇਹਨਾਂ ਨੇ ਉਸ ਸਮੇਂ ਹੁਣ ਹੱਸਿਆ। ਹੱਸਣ ਦੀ ਤਾਂ ਆਵਾਜ਼ ਹੀ ਨਹੀਂ ਹੈਗੀ ਜੀ। ਮੁਸਕਰਾਉਣਾ, ਮੁਸਕਰਾਉਣ ਦੀ ਕੋਈ ਕੀ ਆਵਾਜ਼ ਦੱਸੇਗਾ ਜੀ। ਹਾਂਜੀ। ਸ਼ੁਭ ਲਛਨ ਸ਼ੁਭ ਅੰਗਨ ਮਾਹੀ, ਆਨ ਨਰਨ ਜਿਉ ਨਾਰੇ ਨਾਹੀ। ਹੋਰ ਗੱਲ ਦੱਸੀ ਦਾਈ ਨੇ, ਪੰਡਤ ਜੀ ਇਸ ਬੱਚੇ ਦੇ ਮੈਂ ਸਰੀਰ ਦੇ ਅੰਗ ਵੇਖੇ ਆ, ਜਿਹੋ ਜਿਹੇ ਇਹਨਾਂ ਦੇ ਅੰਗ ਨੇ ਨਾ ਹੋਰ ਬੱਚਿਆਂ ਦੇ ਇਹੋ ਜਿਹੇ ਨਹੀਂ ਹੁੰਦੇ ਕਹਿਣ ਲੱਗੇ। ਹਰ ਇੱਕ ਗੱਲ ਦਾ ਅਸਰ ਹੈਗਾ ਸਾਧ ਸੰਗਤ ਦੀ, ਤੁਸੀਂ ਅੱਗੇ ਸੁਣੀ ਜਾਓਗੇ ਤੁਹਾਨੂੰ ਪਤਾ ਲੱਗੀ ਜਾਏਗਾ। ਹਾਂਜੀ। ਦੋਹਰਾ ਸੁਨ ਦਿਜਬਰ ਸਭ ਬਚਨ ਕੋ, ਜੋਤਿਸ਼ ਕੀਨ ਵਿਚਾਰ। ਸਾਰੀਆਂ ਗੱਲਾਂ ਦੀ ਵਿਚਾਰ ਕਰਕੇ ਫਿਰ ਉਹਨਾਂ ਜੋਤਿਸ਼ ਲਾਇਆ ਜੀ, ਹਿਸਾਬ ਕਿਤਾਬ ਲਾਇਆ ਜੀ। ਹਾਂਜੀ। ਸ਼ੁਭ ਨਛੱਤਰ ਸ਼ੁਭ ਕਾਲ ਮੈਂ, ਸ਼ੁਭ ਥਿਤ ਪੁੰਨ ਸ਼ੁਭ ਵਾਰ। ਜਿਸ ਸਮੇਂ ਮਹਾਰਾਜ ਜੀ ਦਾ ਆਗਮਨ ਹੋਇਆ ਨਾ, ਉਹ ਨਛੱਤਰ ਬੜੇ ਸ਼ੁਭ ਨੇ, ਸਮਾਂ ਬੜਾ ਸ਼ੁਭ ਹੈ, ਤਰੀਕ ਵੀ ਬੜੀ ਸ਼ੁਭ ਹੈ, ਵਾਰ ਵੀ ਸ਼ੁਭ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਰ ਵੀ ਸ਼ੁਭ ਹੈ। ਸੰਗਤ ਜੀ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਕਿਹੜੇ ਸਮੇਂ ਹੋਇਆ? ਪੂਰਨਮਾਸ਼ੀ ਨੂੰ, ਪੂਰਾ ਚੰਦ ਸੀਗਾ ਜੀ। ਸਮਾਂ ਬੜਾ ਸ਼ੁਭ ਹੈ, ਦਿਨ ਬੜਾ ਸ਼ੁਭ ਹੈ, ਵਾਰ ਸ਼ੁਭ ਹੈ, ਨਛੱਤਰ ਸ਼ੁਭ ਹੈ, ਸਭ ਕੁਝ ਸ਼ੁਭ ਹੀ ਸ਼ੁਭ ਹੈ। ਹਾਂਜੀ। ਭਲੇ ਲਗਨ ਮੈਂ ਬਾਲਕ ਜਨਮਾ। ਵਿਚਾਰ ਕੀਤੀ, ਕਹਿਣ ਲੱਗੇ ਬਾਲਕ ਦਾ ਤੇ ਬੜੇ ਭਲੇ ਲਗਨ ਵਿੱਚ ਜਨਮ ਹੋਇਆ। ਹਾਂਜੀ। ਬੇਦੁੱਖ ਵਿਚਾਰ ਕਰਤ ਬਹੁ ਮਨ ਮਾ। ਤੇ ਬਹੁਤ ਵਾਰ ਵਿਚਾਰ ਕੀਤੀ ਜੀ ਪੰਡਿਤ ਜੀ ਹੋਣਾ ਨੇ ਆਪਣੇ ਮਨ 'ਚ ਜੀ। ਵਿਦਿਆ ਹੈ, ਇਹਦਾ ਵੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜੀ। ਹਾਂਜੀ। ਜਹ ਸ਼ਿਸ਼ ਹੈ ਅਵਤਾਰੀ ਕੋ, ਹਾਂਜੀ, ਵੱਡੇ ਭਾਗ ਕਾਲੂ ਕੇ ਹੋ। ਤੇ ਪੰਡਿਤ ਜੀ ਹੋਣੀ ਆਪਣੇ ਮਨ 'ਚ ਵਿਚਾਰ ਕਰਦੇ ਆ, ਇਹ ਕੋਈ ਬਾਲਕ ਨਹੀਂ, ਇਹ ਤੇ ਅਵਤਾਰ ਹੈ। ਮਹਿਤਾ ਕਾਲੂ ਦੇ ਵੱਡੇ ਭਾਗ ਨੇ ਕਹਿਣ ਲੱਗੇ। ਹਾਂਜੀ। ਕਹਿ ਬਿਦ ਬਿਸਨ ਕੇ ਸਿਵ ਪਵਲੀਨੋ। ਉਹਨਾਂ ਦੀ ਵਿਚਾਰ ਅਨੁਸਾਰ ਇਸ ਸਮੇਂ ਤੇ ਖੁਦ ਭਗਵਾਨ ਵਿਸ਼ਨੂੰ ਦਾ ਜਨਮ ਹੁੰਦਾ ਹੈ ਜਾਂ ਸ਼ਿਵਾਂ ਦਾ। ਇਹ ਸਮਾਂ ਹੀ ਐਸਾ ਪਵਿੱਤਰ ਹੈ, ਜਿਸ ਬੱਚੇ ਦਾ ਕਿਤੇ ਅੰਮ੍ਰਿਤ ਵੇਲੇ ਜਨਮ ਹੋ ਜੇ ਨਾ, ਉਹਨੂੰ ਕਹਿਣ ਦੀ ਲੋੜ ਨਹੀਂ, ਉਹ ਆਪੇ ਹੀ ਨਾਮ ਜਪੇਗਾ ਜੀ। ਘਰ ਵਿੱਚ ਕਿਤੇ ਐਸਾ ਸਮਾਂ ਬਣੇ, ਬਾਲਕ ਅੰਮ੍ਰਿਤ ਵੇਲੇ ਜਨਮ ਲੈ ਲੇ, ਸਮਝੋ ਉਹ ਬਾਲਕ ਰੱਬ ਦਾ ਭਗਤ ਹੈਗਾ ਜੀ, ਰੱਬ ਦਾ ਭਗਤ ਹੈਗਾ ਜੀ। ਮੈਂ ਵੇਖੇ 2-3 ਸਰੀਰ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਜਨਮ ਹੋਏ ਹੈ ਸਾਧ ਸੰਗਤ ਜੀ, ਉਹ ਆਮ ਸਧਾਰਨ ਨਹੀਂ ਹੈਗੇ ਜੀ। ਸਮੇਂ ਦਾ ਪੂਰਾ ਅਸਰ ਹੈ ਜੀ। ਹਾਂਜੀ। ਜਗਤ ਉਦਾਹਰਨ ਲੱਛਣ ਚੀਨੋ। ਕਹਿਣ ਲੱਗੇ ਜਿਹੜੇ ਲੱਛਣ ਨੇ ਸਮੇਂ ਦੇ, ਇਹ ਤੇ ਦੱਸਦੇ ਆ ਵੀ ਇਹ ਬਾਲਕ ਜਗਤ ਦਾ ਹੀ ਉਦਾਰ ਕਰ ਦੇਗਾ, ਸੰਸਾਰ ਦਾ ਹੀ ਉਦਾਰ ਕਰ ਦੇਗਾ। ਇੱਕ ਤਾਂ ਹੁੰਦਾ ਨਾ ਜਨਮ ਲਿਆ ਆਪ ਨਾਮ ਜਪ ਕੇ ਮੁਕਤ ਹੋ ਜਾਏਗਾ, ਇੱਕ ਹੈ ਇਹ ਜਿਹੜੇ ਲੱਛਣ ਦੱਸ ਰਹੇ ਨੇ ਇਹ ਜਗਤ ਦਾ ਉਦਾਰ ਕਰਨਗੇ। ਹਾਂਜੀ। ਆਤ ਪੱਤਰ ਇਸ ਸੀਸ ਚੁਲਾਰੇ। ਤੇ ਫਿਰ ਵਿਚਾਰ ਕੀਤੀ ਵੀ ਇਹਨਾਂ ਦੇ ਸਿਰ ਤੇ ਛਤਰ ਝੁੱਲਣੇ ਨੇ, ਛਤਰ ਸਮਾਂ ਦੱਸ ਰਿਹਾ। ਹਾਂਜੀ। ਪੁਰਬੀ ਨਿਸਾ ਜਨਮ ਭਇਓ ਬਾਰੇ। ਕਿਉਂ? ਪੁਰਬ ਵਾਲੀ ਰਾਤ ਅੰਮ੍ਰਿਤ ਵੇਲੇ ਜਨਮ ਹੋਇਆ। ਪੁਰਬ ਵਾਲੀ, ਪੁਰਬ ਸੰਗਰਾਂਦ ਮੱਸਿਆ ਪੁੰਨਿਆ ਪੁਰਬ ਹੈ ਨਾ, ਇਹ ਵੀ ਪੁਰਬ ਵਾਲੇ ਅੰਮ੍ਰਿਤ ਵੇਲੇ ਜਨਮ ਲਿਆ। ਹਾਂਜੀ।
ਚੱਕਰਵਰਤ ਹੋਵੇ ਪਵ ਮਾਹੀ। ਧਰਤੀ ਤੇ ਇਹ ਚੱਕਰਵਰਤੀ ਹੋਣਗੇ। ਤੇ ਨਿਹੰਗ ਸਿੰਘ ਪਤਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ? ਚੱਕਰਵਰਤੀ ਸਮਰਾਟ। ਗੱਜ ਕੇ ਆਖੋ ਵਾਹਿਗੁਰੂ। ਚੱਕਰਵਰਤੀ ਜਿਨ੍ਹਾਂ ਦਾ ਚੱਕਰ ਸਾਰੀ ਦੁਨੀਆ ਤੇ ਹੀ ਵਰਤੇ, ਸਾਰੀ ਦੁਨੀਆ ਤੇ ਜਿਨ੍ਹਾਂ ਦਾ ਨਾਮ ਫਿਰੇ, ਜਿਹੜਾ ਸਾਰੀ ਦੁਨੀਆ ਦਾ ਹੀ ਚੱਕਰ ਕੱਟ ਲੈਣ, ਉਹਨੂੰ ਚੱਕਰਵਰਤੀ ਕਹਿੰਦੇ ਆ ਜੀ। ਹਾਂਜੀ। ਕਰਹਿ ਦਿਗ ਵਿਜੈ ਸੰਸੈ ਨਾਹੀ। ਪ੍ਰੋਹਤ ਜੀ ਨਾ ਸਮੇਂ ਲਾ ਕੇ ਤੇ ਵਿਚਾਰ ਕਰਨ ਦੇ ਆ ਵੀ ਇਸ ਗੱਲ 'ਚ ਕੋਈ ਸ਼ੱਕ ਨਹੀਂ, ਇਹ ਬਾਲਕ ਦਿਗ ਵਿਜੇ ਵਾਲਾ ਹੋਏਗਾ। ਦਿਗ ਵਿਜੇ ਵਾਲਾ ਕਿਹਨੂੰ? ਜਿਹਦੇ ਅੱਗੇ ਕੋਈ ਅੜੇ ਹੀ ਨਾ, ਜਿਹਦੇ ਅੱਗੇ ਸਾਰੇ ਹੀ ਹਾਰ ਮਾਰਨਾ ਜੀ, ਜਿਹਦੇ ਅੱਗੇ ਸਾਰੇ ਹੀ ਝੁਕ ਜਾਣ। ਹਾਂਜੀ। ਦਰਸ਼ਨ ਕੀ ਔਰ ਲਾਲ ਸਕੀਨੀ। ਹੁਣ ਫਿਰ ਜਿਹਦੇ ਇੰਨੀ ਸਿਫਤ ਮਨ 'ਚ ਵਿਚਾਰ ਲਈ ਹੋਵੇ, ਜੋ ਤਿਸ ਵਿਦਿਆ ਅਨੁਸਾਰ ਪੂਰਾ ਸਹੀ ਉਹਨਾਂ ਨੂੰ ਪਤਾ ਹੈ, ਤੇ ਪ੍ਰੋਹਤ ਜੀ ਨੇ ਫਿਰ ਮਨ 'ਚ ਵਿਚਾਰ ਕੀਤੀ ਵੀ ਮੈਂ ਦਰਸ਼ਨ ਕਰ ਹੀ ਜਾਵਾਂ, ਦਰਸ਼ਨ ਵੀ ਕਰਾਂ। ਹਾਂਜੀ। ਦੇਹ ਸਫਲ ਆਪਣੀ ਦਿਜ ਚੀਨੀ। ਆਖੋ ਵਾਹਿਗੁਰੂ। ਸੰਗਤ ਜੀ, ਹਰਦਿਆਲ ਜੀ ਪਤਾ ਕੀ ਸੋਚਦੇ ਆ? ਮੈਂ ਐਸੇ ਬਾਲਕ ਦੇ ਦਰਸ਼ਨ ਕਰ ਲਵਾਂ, ਦਰਸ਼ਨ ਕੀਤਿਆਂ ਮੇਰਾ ਸਰੀਰ ਸਫਲਾ ਹੋ ਜਾਏਗਾ, ਮੇਰਾ ਜਨਮ ਸਫਲਾ ਹੋ ਜਾਏਗਾ। ਦੋਹਰਾ ਕਾਲੂ ਸਿਉ ਪੁਨ ਦਿਜ ਕਹੀ, ਬਾਲਕ ਮੋਹੇ ਦਿਖਾਏ। ਚੁੱਪ ਰਹੇ, ਮਨ 'ਚ ਸੋਚਦੇ ਰਹੇ ਸਾਰਾ ਕੁਝ। ਤੇ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਕਹਿੰਦੇ ਕਾਲੂ ਮੈਨੂੰ ਬਾਲਕ ਦੇ ਦਰਸ਼ਨ ਨਹੀਂ ਕਰਾਏਗਾ? ਕਹਿਣ ਲੱਗੇ ਦਰਸ਼ਨ ਤੇ ਕਰਾ, ਕਹਿਣ ਲੱਗੇ। ਹਾਂਜੀ। ਸੁਨ ਕਰ ਦਾਈ ਦੌਲਤਾਂ ਲੀਨੀ ਸ਼ਬਦ ਬੁਲਾਏ। ਦਾਈ ਦੌਲਤਾਂ ਨੂੰ ਫਿਰ ਸੱਦਿਆ ਵੀ ਬਾਲਕ ਦੇ ਦਰਸ਼ਨ ਕਰਾਓ। ਹਾਂਜੀ। ਬਾਲਕ ਆਨ ਵਿਪਰ ਕੇ ਪਾਸਾ। ਹਾਂਜੀ। ਧਾਏ ਗਈ ਸੁਨ ਮਦ ਆਵਾਸਾ। ਹਾਂਜੀ। ਜਾਚਿਓ ਬਾਲਕ ਜਨਨ ਨ ਦੇਈ। ਹਾਂਜੀ। ਜਿਉ ਕਿਰਪਨ ਤਨ ਪ੍ਰੀਤ ਰਖੇਈ। ਹੁਣ ਅਜੇ ਅੰਮ੍ਰਿਤ ਵੇਲੇ ਤੇ ਆਗਮਨ ਹੋਇਆ ਤੇ ਬਾਹਰ ਲੈ ਕੇ ਆਉਣਾ। ਇਹ ਬਾਲਕ ਕਹਿ ਰਹੇ ਨੇ, ਪਰ ਸਾਡੇ ਕੌਣ ਨੇ? ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਦਾਈ ਨੇ ਜਾ ਕੇ ਮਾਤਾ ਤ੍ਰਿਪਤਾ ਜੀ ਨੂੰ ਦੱਸਿਆ ਵੀ ਬਾਹਰ ਬ੍ਰਾਹਮਣ ਜੀ ਆਏ ਨੇ, ਦਰਸ਼ਨ ਕਰਨਾ ਚਾਹੁੰਦੇ ਆ। ਤੇ ਮਾਤਾ ਜੀ ਕਹਿਣ ਲੱਗੇ ਵੀ ਜੇ ਬਾਹਰ ਲੈ ਕੇ ਗਏ ਤੇ ਠੰਡ ਹੀ ਨਾ ਲੱਗ ਜੇ। 100 ਗੱਲਾਂ ਦੀ ਵਿਚਾਰ ਹੁੰਦੀ ਹੈ। ਹਾਂਜੀ। ਕਹੇ ਸਰਦ ਰੁੱਤ ਸਰਦੀ ਲੱਗ ਹੈ। ਠੰਡ ਦੀ ਰੁੱਤ ਹੈ, ਠੰਡ ਲੱਗ ਜਾਏਗੀ। ਹਾਂਜੀ। ਮਿਰਦੁਲ ਬਾਲ ਬਾਹਰ ਕਸ ਮੰਗ ਹੈ। ਤੇ ਕੋਮਲ ਅੰਗ ਨੇ ਬਾਹਰ ਕਿਉਂ ਮੰਗਦੇ ਆ ਉਹ? ਹਾਂਜੀ। ਬਹੁਰ ਬਿਦੁਖਾ ਬਾਰੰਬਾਰਾ, ਜਾਚਿਓ ਦਇਓ ਤਾਤ ਅਤ ਪਿਆਰਾ। ਦਾਈ ਆ ਗਈ ਬਾਹਰ। ਪ੍ਰੋਹਤ ਜੀ ਕਹਿੰਦੇ ਨਹੀਂ, ਮੈਨੂੰ ਦਰਸ਼ਨ ਕਰਾਓ ਉਹਨਾਂ ਦੇ, ਮੈਂ ਦਰਸ਼ਨ ਕਰਨੇ। ਫੇਰ ਨਾ ਦਿੱਤੇ। ਫੇਰ ਕਿਹਾ, ਕਹਿੰਦੇ ਬਾਰ-ਬਾਰ ਬੇਨਤੀ ਕਰਨ ਤੇ ਨਾ ਫਿਰ ਮਾਤਾ ਤ੍ਰਿਪਤਾ ਜੀ ਨੇ ਦਿੱਤਾ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਦਾਈ ਜੀ ਦੇ ਹੱਥ ਵਿੱਚ ਜੀ। ਹਾਂਜੀ। ਲੇ ਕਰ ਦੌਲਤ ਬਾਹਰ ਆਈ। ਸੱਚੇ ਪਾਤਸ਼ਾਹ ਗਰੀਬ ਨਵਾਜ, ਛੋਟਾ ਜਿਹਾ ਸਰੀਰ ਹੈ। ਦਾਈ ਦੌਲਤਾਂ ਆਪਣੀ ਗੋਦ ਵਿੱਚ ਲੈ ਕੇ ਬਾਹਰ ਆਈ ਹੈ ਜੀ। ਹਾਂਜੀ। ਆਨਨ ਆਰਨ ਜਾਤ ਸੁਹਾਈ। ਕਹਿਣ ਲੱਗੇ ਮੁਖ ਮੰਡਲ, ਸੱਚੇ ਪਾਤਸ਼ਾਹ ਜੀ ਦਾ ਮੁਖੜਾ ਕਿਤੇ ਨੇਤਰ ਬੰਦ ਕਰਕੇ ਉਸ ਸਮੇਂ ਵਿੱਚ ਜਾਓ। ਬਜ਼ੁਰਗ ਦੌਲਤਾਂ ਦਾਈ ਜਦੋਂ ਲੈ ਕੇ ਆਈ ਹੈ, ਮਹਾਰਾਜ ਜੀ ਦਾ ਜਿਹੜਾ ਮੁਖੜਾ ਹੈ ਨਾ, ਚਮਕਾਂ ਮਾਰੇ ਸਾਧ ਸੰਗਤ ਜੀ। ਕੋਈ ਸਧਾਰਨ ਥੋੜੀ ਨੇ ਉਹ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਖੁਦ ਨਿਰੰਕਾਰ। ਹਾਂਜੀ। ਲਗ ਤਨ ਜੋਤ ਵਿਸਾਲ ਬਿਰਾਜ ਹੈ। ਸਰੀਰ ਛੋਟਾ ਹੈ, ਜੋਤ ਬੜੀ ਵੱਡੀ ਹੈ ਅੰਦਰ ਜੀ। ਹਾਂਜੀ। ਜੋ ਬਟ ਅਖੈ ਰੂਪ ਲਗ ਸੱਜ ਹੈ। ਸਾਧ ਸੰਗਤ ਜੀ, ਜਿਵੇਂ ਛੋਟਾ ਬੋੜ ਹੋਵੇ, ਇੱਕ ਛੋਟਾ ਬੋੜ ਹੈ ਇੱਧਰ
ਸਾਧ ਸੰਗਤ ਜੀ ਪ੍ਰਯਾਗਰਾਜ ਵਿੱਚ ਜੀ, ਉਹ ਕਹਿੰਦੇ ਜਿੰਨੀ ਮਰਜ਼ੀ ਹਨੇਰੀ ਆ ਜਾਏ ਉਹ ਨਹੀਂ ਹਿੱਲਦਾ, ਉਹਦੀ ਸਥਿਰਤਾ ਇੰਨੀ ਹੈ। ਕਹਿੰਦੇ ਸਰੀਰ ਤੇ ਛੋਟਾ, ਜੋਤ ਬਹੁਤ ਵੱਡੀ ਹੈ ਵਿੱਚ। ਹਾਂਜੀ। ਦਿਜਵਰ ਆਤਮਤਵਾਨ ਮਨ, ਸਰਬ ਲਿੰਗ ਪਹਿਚਾਨ। ਤੇ ਫਿਰ ਦਾਈ ਦੌਲਤਾਂ ਨੇ ਅੱਗੇ ਹੋ ਕੇ ਪ੍ਰੋਹਤ ਜੀ ਨੂੰ ਦਰਸ਼ਨ ਕਰਾਏ। ਪ੍ਰੋਹਤ ਜੀ ਨੇ ਦਰਸ਼ਨ ਕੀਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ। ਮਨ 'ਚ ਕੀ ਵਿਚਾਰਿਆ? ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਣਾ। ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਣਾ। ਆਪਣਾ ਵੀ ਵੇਲਾ ਧੰਨ ਹੈ, ਆਪਾਂ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ। ਇੱਕ ਵਾਰੀ ਫਿਰ ਪੰਕਤੀ ਪੜ੍ਹ ਦਿਓ ਗੱਜ ਕੇ। ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਣਾ। ਦਰਸ਼ਨ ਕਰਣਾ। ਐ ਅੱਗੇ ਕਰਕੇ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦਾਈ ਦੌਲਤਾਂ ਨੇ ਪ੍ਰੋਹਤ ਜੀ ਨੂੰ ਦਰਸ਼ਨ ਕਰਾਏ ਜੀ। ਹੁਣ ਉਹ ਇੱਕ ਇੱਕ ਅੰਗ ਵੇਖਣਗੇ ਜੀ। ਪ੍ਰੋਹਤ ਜੀ ਦੇ ਨਾਲ ਨਾਲ ਤੁਸੀਂ ਵੀ ਦਰਸ਼ਨ ਕਰੀ ਚੱਲੋ ਜੀ ਸਾਰੇ। ਹਾਂਜੀ। ਹੇਰਤ ਔਰ ਹਰਖਤ ਸਰਸ, ਠਾਡਾ ਪਇਓ ਸੁਜਾਨ। ਕਹਿੰਦੇ ਜਦੋਂ ਦਰਸ਼ਨ ਕਰਾਉਣ ਲੱਗੇ ਪ੍ਰੋਹਤ ਜੀ ਨੂੰ ਪਤਾ ਹੈ ਆਮ ਬਾਲਕ ਨਹੀਂ ਹੈ। ਮਹਾਰਾਜ ਜੀ ਦੇ ਸਤਿਕਾਰ ਵਿੱਚ ਉੱਠ ਕੇ ਖਲੋ ਗਏ ਜੀ। ਉੱਠ ਕੇ ਖਲੋ ਗਏ। ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਕੇ ਹਰਖ ਔਰ ਮਨ 'ਚ ਬੜੀ ਖੁਸ਼ੀ ਹੋਈ ਜੀ, ਬਹੁਤ ਖੁਸ਼ ਹੋਏ ਜੀ ਉਹ ਜੀ। ਹਾਂਜੀ। ਭੁੱਲ ਕਿਉ ਪਰਮ ਪ੍ਰੇਮ ਮੈਂ ਮਨੁਆ। ਕਹਿਣ ਲੱਗੇ ਮਨ ਪ੍ਰੇਮ ਵਿੱਚ ਪਸੀਜ ਹੀ ਗਿਆ ਜੀ। ਲੂ ਕੰਡੇ ਨਹੀਂ ਖੜੇ ਹੋ ਜਾਂਦੇ ਜੀ ਪ੍ਰੇਮ 'ਚ, ਇੰਝ ਹੋ ਗਏ ਜੀ। ਹੁਣ ਪ੍ਰੋਹਤ ਹਰਦਿਆਲ ਜੀ ਦੀ ਵੀ ਕੋਈ ਭਗਤੀ ਹੈ, ਪਿਛਲੇ ਜਨਮਾਂ ਦੀ ਭਗਤੀ ਦੀ ਮੰਗ ਹੈ। ਅਜੇ ਇੰਨੀ ਗੌਰ ਨਾਲ ਤੇ ਮਹਿਤਾ ਕਾਲੂ ਜੀ ਨੇ ਦਰਸ਼ਨ ਨਹੀਂ ਕੀਤੇ ਜਿੰਨੀ ਗੌਰ ਨਾਲ ਇਹ ਕਰਨ ਲੱਗੇ ਨੇ ਜੀ। ਹਾਂਜੀ। ਬੰਧਨ ਕਰ ਜਾਣਿਓ ਨਿਜ ਧਨੁਆ। ਤੇ ਸਾਧ ਸੰਗਤ ਜੀ ਆਪਣੇ ਆਪ ਨੂੰ ਧਨ ਜਾਣਿਆ ਤੇ ਪ੍ਰੋਹਤ ਹਰਦਿਆਲ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵੱਲ ਨੂੰ ਸਿਰ ਝੁਕਾ ਕੇ ਨਮਸਕਾਰ ਕੀਤੀ ਹੈ ਜੀ। ਹਾਂਜੀ। ਜੋ ਜਨ ਇਸ਼ਟ ਦੇਵ ਕੋ ਦੇਖੀ। ਕਹਿੰਦੇ ਜਿਵੇਂ ਇੱਕ ਸੇਵਕ ਆਪਣੇ ਇਸ਼ਟ ਨੂੰ ਵੇਖਦਾ ਹੈ ਨਾ, ਆਪਣੇ ਇਸ਼ਟ ਦੇ ਦਰਸ਼ਨ ਕਰਦਾ ਹੈ। ਹਾਂਜੀ। ਤਿਉ ਔਰ ਮੈਂ ਭਾ ਮੋਦ ਬਸੇਖੀ। ਇਸ ਤਰੀਕੇ ਨਾਲ ਬਹੁਤੀ ਖੁਸ਼ੀ ਲੈ ਕੇ, ਬਹੁਤੀ ਖੁਸ਼ੀ ਲੈ ਕੇ ਪ੍ਰੋਹਤ ਜੀ ਨੇ ਮਹਾਰਾਜ ਦੇ ਦਰਸ਼ਨ ਕੀਤੇ। ਆਪਣੇ ਆਪ ਨੂੰ ਧਨ ਜਾਣਿਆ, ਇਸ ਸਮੇਂ ਨੂੰ ਧਨ ਜਾਣਿਆ। ਧਨ ਸੋ ਵੇਲਾ ਦਰਸ਼ਨ ਕਰਣਾ, ਦਰਸ਼ਨ ਕਰਣਾ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਣਾ। ਬਹੁਤੇ ਹੀ ਖੁਸ਼। ਹੁਣ ਕੱਲਾ ਕੱਲਾ ਅੰਗ ਵੇਖਣ ਲੱਗੇ। ਹਾਂਜੀ। ਸਭ ਅੰਗਨ ਕੇ ਸੁੰਦਰ ਲੱਛਣ। ਮਹਾਰਾਜ ਜੀ ਦੇ ਸਰੀਰ ਦੇ ਸਾਰੇ ਅੰਗਾਂ ਦੇ ਲੱਛਣ ਸੋਹਣੇ ਨੇ ਜੀ। ਹਾਂਜੀ। ਲੱਗਿਓ ਬਿਲੋਕਨ ਵਿਪਰ ਵਿਚਛਣ। ਬ੍ਰਾਹਮਣ ਜੀ ਸਿਆਣੇ ਹਰਦਿਆਲ ਜੀ ਬੜੇ ਧਿਆਨ ਨਾਲ ਵੇਖਣ ਲੱਗੇ। ਨਾਲ ਨਾਲ ਦਰਸ਼ਨ ਕਰਿਓ ਮਹਾਰਾਜ ਦੇ ਸਰੀਰ ਦੇ ਜੀ। ਹਾਂਜੀ। ਅਰਨ ਚਰਨ ਬਰ ਮਿਰਦੁਲ ਸੁਹਾਵੈ।
ਆਮ ਬਾਲਕਾਂ ਦੇ ਵੀ ਪੈਰ ਹੁੰਦੇ ਆ, ਚਲੋ ਕੂਲੇ ਤੇ ਹਰ ਇੱਕ ਦੇ ਹੁੰਦੇ ਆ, ਪਰ ਸਾਧ ਸੰਗਤ ਜੀ ਪੁਰੋਹਿਤ ਹਰਦਿਆਲ ਜੀ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਦਰਸ਼ਨ ਕੀਤੇ ਜੀ। ਵੀ ਪਹਿਲਾਂ ਇਹਨਾਂ ਦੇ ਚਰਨਾਂ ਦੇ ਦਰਸ਼ਨ ਕਰਨੇ ਆ। ਤੇ ਜਦੋਂ ਦਰਸ਼ਨ ਕੀਤੇ ਨਾ ਤੇ ਚਰਨਾਂ ਦਾ ਉੱਪਰਲਾ ਪਾਸਾ ਜਿਹੜਾ ਜੀ ਉਹ ਬਿਲਕੁਲ ਹੀ ਲਾਲ ਹੈ ਜੀ, ਬਿਲਕੁਲ ਲਾਲ ਹੈ। ਇਹ ਬੜਾ ਸ਼ੁਭ ਲੱਛਣ ਹੈਗਾ ਜੀ, ਬਹੁਤ ਸ਼ੁਭ ਲੱਛਣ ਮੰਨਿਆ ਜਾਂਦਾ ਜੀ। ਉਹ ਬਿਲਕੁਲ ਲਾਲ ਹੈ ਜੀ। ਅਰੁਣ ਚਰਨ ਬਰ ਮ੍ਰਿਦੁਲ ਸੁਹਾਵੈ, ਕੂੜੇ ਕੂੜੇ ਚਰਨ ਨੇ ਉੱਤੋਂ ਲਾਲ ਨੇ ਜੀ। ਹਾਂਜੀ, ਜਿਮ ਦਲ ਕੋਕ ਨਦੰਗ ਦੁੱਤ ਪਾਵੈ। ਕਹਿੰਦੇ ਜਿਵੇਂ ਕਮਲ ਦੇ ਪੱਤੇ ਹੁੰਦੇ ਆ, ਪੱਤੀਆਂ ਕੂੜੀਆਂ ਵੀ ਹੁੰਦੀਆਂ ਤੇ ਲਾਲ ਵੀ ਹੁੰਦੀਆਂ ਨੇ। ਕਹਿੰਦੇ ਇਹ ਤੇ ਮਹਾਰਾਜ ਦੇ ਚਰਨ ਕਮਲ ਨੇ। ਹਾਂਜੀ, ਭੁਜ ਆ ਜਾਨ ਕੰਧ ਸ਼ੁਭ ਉੱਚੇ। ਫਿਰ ਬਾਹਾਂ ਦੇ ਦਰਸ਼ਨ ਕੀਤੇ। 32 ਲੱਖਣ ਪੂਰੇ ਹੋਣ ਤੇ ਸਮਝਿਆ ਜਾਂਦਾ ਵੀ ਅਵਤਾਰੀ ਪੁਰਸ਼ ਹੈ ਜੀ। ਸਾਰਿਆਂ ਦੇ 32 ਲੱਖਣ ਨਹੀਂ ਪੂਰੇ ਹੁੰਦੇ ਸਾਧ ਸੰਗਤ ਜੀ। ਕਿਸੇ ਦੇ 1 ਹੁੰਦਾ, ਕਿਸੇ ਦੇ 2 ਹੁੰਦਾ, ਕਿਸੇ ਦੇ 3 ਹੁੰਦਾ, ਕਿਸੇ ਦੇ 10 ਤੱਕ ਹੁੰਦੇ। ਜਿੰਨੇ ਜਿੰਨੇ ਲੱਖਣ ਪੂਰੇ ਹੋਣ ਓਨਾ ਤੇੜ ਪ੍ਰਤਾਪ ਹੁੰਦਾ ਹੈ ਬੰਦੇ ਦਾ, ਓਨਾ ਉਹ ਵੇਖਦਾ ਕਿ ਜਿਹੜੀਆਂ ਬਾਹਾਂ ਨੇ ਨਾ, ਉਹਨੇ ਬਾਹਾਂ ਲਾ ਕੇ ਵੇਖੀਆਂ ਨੇ, ਸਹਿਜੇ ਸਹਿਜੇ ਕਰਕੇ, ਮਲ ਮਲ ਕੇ, ਸਹਿਜੇ ਸਹਿਜੇ ਕਰਕੇ, ਤੇ ਬਾਹਾਂ ਮਹਾਰਾਜ ਦੇ ਹੱਥ ਜਿਹੜੇ ਆ ਉਹ ਗੋਡਿਆਂ ਤੱਕ ਜਾਣ ਜੀ। ਉਸ ਸਮੇਂ ਲਈ ਆਗਮਨ ਹੋਇਆ ਜੀ। ਹੁਣ ਇਹ ਮਹਾਂਪੁਰਖਾਂ ਦੀ ਨਿਸ਼ਾਨੀ ਦੱਸਦੇ। ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਭੁਜਾਵਾਂ ਵੀ ਐਸੀਆਂ ਨੇ, ਗੋਡਿਆਂ ਤੱਕ ਹੱਥ ਜਾਂਦੇ ਆ ਜੀ। ਹਰ ਇੱਕ ਦੀਆਂ ਨਹੀਂ ਇੰਨੀਆਂ ਲੰਬੀਆਂ ਬਾਹਾਂ ਹੁੰਦੀਆਂ। ਭੁਜ ਆ ਜਾਨ ਕੰਧ ਸ਼ੁਭ ਉੱਚੇ, ਕੰਧ ਮੋਢੇ। ਜਦੋਂ ਪੁਰੋਹਿਤ ਜੀ ਹੋਣਾ ਨੇ ਸਤਿਗੁਰਾਂ ਦੇ ਮੋਢਿਆਂ ਦੇ ਦਰਸ਼ਨ ਕੀਤੇ, ਦੋਵੇਂ ਮੋਢੇ ਉੱਚੇ ਨੇ ਜੀ ਪੂਰੇ। ਜਿਵੇਂ ਭਲਵਾਨ ਮਿਹਨਤ ਕਰ ਕਰਕੇ ਸਰੀਰ ਦੀ ਤੇ ਐ ਸਰੀਰ ਨੂੰ ਫੈਲਾਉਂਦੇ ਆ, ਉੱਚੇ ਹੋ ਜਾਂਦੇ ਆ ਮੋਢੇ। ਹਾਂਜੀ, ਕਰਜ ਅਰਨ ਜੋ ਨਗ ਹੋਏ ਸੂਚੇ। ਤੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚ ਜਿਹੜੇ 9 ਦੇਖੇ ਨਾ ਜੀ, 9 ਐ ਚਮਕਾ ਮਾਰਨ ਜਿਵੇਂ ਸੁੱਚੇ ਨਗ ਵਿੱਚ ਜੜੇ ਹੁੰਦੇ ਆ ਜੀ। ਹਾਂਜੀ, ਕਰ ਸਾਖਾ ਇੱਕ ਸਾਰ ਬਿਸਾਲਾ। ਹੱਥ ਦੀਆਂ ਉਂਗਲਾਂ ਜਿਹੜੀਆਂ ਆ, ਉਂਗਲਾਂ ਜਿਹੜੀਆਂ ਇਹ ਲੰਬੀਆਂ ਨੇ ਜੀ, ਲੰਬੀਆਂ ਨੇ ਤੇ ਇੱਕ ਸਾਰ ਨੇ। ਹੁਣ ਧਿਆਨ ਨਾਲ ਸੁਣੋ, ਇਹ ਵੀ ਇੱਕ ਲੱਛਣ ਜੇ। ਸਿਆਣੇ ਬੰਦੇ ਦੇ ਹੱਥਾਂ ਤੋਂ ਪਛਾਣ ਲੈਂਦੇ ਵੀ ਇਹ ਕਿਹੜਾ ਕੰਮ ਕਰਦਾ ਹੈ ਜੀ। ਜਿਹਦੀਆਂ ਉਂਗਲਾਂ ਲੰਬੀਆਂ ਹੁੰਦੀਆਂ ਨੇ ਨਾ, ਉਹ ਚਿੱਤਰ ਬਹੁਤ ਸੋਹਣਾ ਬਣਾਏਗਾ ਜੀ। ਕਿਉਂ? ਉਹਦੇ ਹੱਥਾਂ 'ਚ ਵਾਹਿਗੁਰੂ ਨੇ ਇੱਕ ਦਾਤ ਪਾਈ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਸ਼ਾਇਦ ਉਹਨੂੰ ਅੰਗਰੇਜ਼ੀ 'ਚ ਆਰਟਿਸਟ ਕਹਿੰਦੇ ਆ ਜੀ। ਇਹ ਦਾਤ ਹੈ ਵਾਹਿਗੁਰੂ ਨੇ ਉਹਦੇ ਹੱਥਾਂ 'ਚ ਪਾਈ। ਤੁਸੀਂ ਵੇਖ ਲਿਓ, ਜਿੰਨੇ ਮਸ਼ਹੂਰ ਆਰਟਿਸਟ ਨੇ, ਚਿੱਤਰਕਾਰ ਨੇ, ਉਹਨਾਂ ਦੀਆਂ ਉਂਗਲਾਂ ਲੰਬੀਆਂ ਹੋਣਗੀਆਂ ਜੀ। ਸ਼ੁਭ ਲੱਛਣ ਹੈ ਜੀ। ਜਦੋਂ ਉਹਨਾਂ ਨੇ ਮਹਾਰਾਜ ਦੇ ਹੱਥ ਐ ਫੜੇ ਤੇ ਉਂਗਲਾਂ ਵੇਖੀਆਂ ਜੀ, ਉਂਗਲਾਂ ਲੰਬੀਆਂ ਨੇ, ਬੜੇ ਖੁਸ਼ ਹੋਏ ਜੀ ਹਰਦਿਆਲ ਜੀ। ਕਰਜ ਅਰੁਣ ਜਿਉ ਨਗ ਹੋਏ ਸੂਚੇ, ਕਰ ਸ਼ਾਖਾ ਇੱਕ ਸਾਰ ਵਿਸਾਲਾ। ਉਂਗਲਾਂ ਹੱਥ ਦੀਆਂ ਉਂਗਲਾਂ ਜਿਹੜੀਆਂ ਨੇ ਲੰਬੀਆਂ, ਇੱਕ ਬਰਾਬਰ। ਹਾਂਜੀ, ਔਰ ਆ ਜੁਤ ਸ਼ੋਭਤ ਸ਼ਬਸ਼ਾਲਾ। ਤੇ ਛਾਤੀ ਚੌੜੀ ਹੈ। ਆਖੋ ਵਾਹਿਗੁਰੂ। ਬਚਪਨ ਤੋਂ ਹੀ ਸਰੀਰ ਇੰਨਾ ਵਧੀਆ ਮਹਾਰਾਜ ਦਾ, ਬੜੀ ਸ਼ਬ ਵਾਲਾ, ਬੜਾ ਸੋਹਣਾ ਸਰੀਰ ਹੈ। ਇਹ ਵੀ ਸ਼ੁਭ ਲੱਛਣ ਹੈ। ਹਾਂਜੀ, ਦਾਹਨ ਕਰ ਮਹਿ ਚਮਰ ਬਨਾਵਾ। ਸੱਜੇ ਹੱਥ ਦੇ ਵਿੱਚ ਚੌਰ ਦਾ ਨਿਸ਼ਾਨ ਹੈ ਜੀ, ਚੌਰ ਸਾਹਿਬ ਦਾ ਜੀ। ਜਦੋਂ ਉਹਨਾਂ ਵੇਖਿਆ ਨਾ ਸੱਜਾ ਹੱਥ, ਖੋਲ ਕੇ ਵੇਖਿਆ। ਬਾਲਕ ਨੇ ਹੱਥ ਬੰਦ ਕੀਤੇ ਹੁੰਦੇ ਆ ਵੈਸੇ ਆਮ। ਇਹ ਹੁਣ ਖੇਡ ਬਾਲਕਾਂ ਵਾਲੀ ਨਹੀਂ ਨਾ ਹੈਗੀ ਜੀ। ਉਹਨਾਂ ਹੱਥ ਜਦੋਂ ਖੋਲ ਕੇ ਵੇਖਿਆ, ਕੀ ਵੇਖਦੇ ਆ ਵੀ ਰੇਖਾਵਾਂ ਦੇ ਹਿਸਾਬ ਨਾਲ ਚੌਰ ਸਾਹਿਬ ਦਾ ਨਿਸ਼ਾਨ ਬਣਦਾ ਜੀ। ਬਾਣੀ ਅਨੁਸਾਰ ਗੱਲ ਮੇਲ ਖਾਂਦੀ ਹੈ। ਕਿਵੇਂ?
ਭੱਟ ਜੀ ਗੁਰੂ ਅਮਰਦਾਸ ਜੀ ਦੇ ਹੱਥਾਂ ਦਾ ਨਕਸ਼ਾ ਦੱਸਦੇ। ਬਾਰਿਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋ ਵਹਿ। ਕਹਿੰਦੇ ਹੇ ਗੁਰੂ ਅਮਰਦਾਸ ਸਾਹਿਬ, ਤੁਹਾਡੇ ਦਾਹਿਣੇ ਹੱਥ ਵਿੱਚ ਸੱਜੇ ਹੱਥ ਵਿੱਚ ਮਹਾਰਾਜ ਕਮਲ ਹੈ। ਤੁਸੀਂ ਕਹੋਗੇ ਵੀ ਪੈਨ ਨਾ ਵਗਿਆ, ਪੈਨ ਨਾ ਚੌਰ ਸਾਹਿਬ ਵਗਿਆ। ਨਹੀਂ, ਰੇਖਾਵਾਂ ਦਾ ਹਿਸਾਬ ਉਸ ਤਰ੍ਹਾਂ ਦਾ ਹੁੰਦਾ ਹੈ। ਉਹਨਾਂ ਵੇਖਿਆ ਇਹਦਾ ਭਾਵ ਪਤਾ ਕੀ ਹੁੰਦਾ, ਜਿਨ੍ਹਾਂ ਦੇ ਹੱਥਾਂ ਵਿੱਚ ਉਹ ਨਿਸ਼ਾਨ ਹੁੰਦਾ ਹੈ, ਇਹਦਾ ਭਾਵ ਹੁੰਦਾ ਸਿੱਧੀਆਂ ਹਮੇਸ਼ਾ ਉਹਨਾਂ ਦੇ ਮੁਖ ਵੱਲ ਵੇਖਦੀਆਂ ਨੇ। ਦੱਸੋ ਕੀ ਹੁਕਮ ਹੈ, ਜੋ ਕਹੋਗੇ ਉਹ ਕਰਾਂਗੀਆਂ। ਜਿਨ੍ਹਾਂ ਦੇ ਹੱਥਾਂ 'ਚ ਇਹ ਨਿਸ਼ਾਨ ਹੁੰਦਾ ਸਿੱਧੀਆਂ ਹਮੇਸ਼ਾ ਉਹਨਾਂ ਦੇ ਅਧੀਨ ਹੁੰਦੀਆਂ। ਸਭ ਤੋਂ ਪਹਿਲੀ ਸਿੱਧੀ ਵਾਕ ਸਿੱਧੀ ਹੈ। ਜੋ ਬੰਦਾ ਬੋਲੇ, ਐਸਾ ਪੁਰਸ਼ ਜੋ ਬੋਲੇਗਾ ਉਹ ਸੱਚ ਹੋ ਜਾਏਗਾ ਜੀ। ਇਹ ਸਿੱਧੀ ਹੈ, ਵਾਕ ਸਿੱਧੀ ਆਉਣੀ। ਇਸ ਤਰ੍ਹਾਂ ਦੀਆਂ 18 ਸਿੱਧੀਆਂ ਨੇ। 18 ਸਿੱਧੀਆਂ, 9 ਨਿਧੀਆਂ ਹੁੰਦੀਆਂ ਤੇ 18 ਸਿੱਧੀਆਂ ਹੁੰਦੀਆਂ ਨੇ। ਉਹ 18 ਜਿਹੜੀਆਂ ਸਿੱਧੀਆਂ ਨੇ ਨਾ, ਜਿਹਦੇ ਹੱਥ ਵਿੱਚ ਸੱਜੇ ਹੱਥ ਵਿੱਚ ਨਿਸ਼ਾਨ ਹੁੰਦਾ ਹੈ, 18 ਸਿੱਧੀਆਂ ਹਮੇਸ਼ਾ ਉਹਦੇ ਮੁਖ ਵੱਲ ਵੇਖਦੀਆਂ ਰਹਿੰਦੀਆਂ ਨੇ। ਦੱਸ ਕੀ ਹੁਕਮ ਹੈ, ਉਂਝ ਹੀ ਉਹ ਕੰਮ ਕਰਦੀਆਂ ਨੇ। ਉਹਨੇ ਵੇਖਿਆ ਜਦੋਂ ਸੱਜਾ ਹੱਥ ਖੋਲ ਕੇ, ਪ੍ਰੋਹਤ ਤੇ ਖੁਸ਼ ਹੋ ਗਿਆ ਜੀ। ਹਾਂਜੀ, ਛਤਰ ਬਾਮ ਮੈਂ ਰੁਚਰ ਸੁਹਾਵਾ। ਜਦੋਂ ਉਹਨੇ ਬਾਮ ਖੱਬਾ ਹੱਥ ਖੋਲਿਆ ਜੀ, ਦਰਸ਼ਨ ਕੀਤੇ ਤੇ ਖੱਬੇ ਹੱਥ ਵਿੱਚ ਛਤਰ ਦਾ ਨਿਸ਼ਾਨ ਵਿਖਿਆ ਜੀ ਉਹਨਾਂ ਨੇ। ਤੇ ਜਿਹਦੇ ਹੱਥ ਵਿੱਚ ਖੱਬੇ 'ਚ ਛਤਰ ਦਾ ਨਿਸ਼ਾਨ ਹੋਵੇ, ਉਹਦੇ ਸਾਹਮਣੇ ਰਿੱਧੀਆਂ ਖਲੋਤੀਆਂ ਰਹਿੰਦੀਆਂ ਨੇ। ਆਖੋ ਵਾਹਿਗੁਰੂ। ਰਿੱਧੀਆਂ ਸਾਧ ਸੰਗਤ ਜੀ, ਰਿੱਧੀਆਂ ਨਿਧੀਆਂ ਖਲੋਤੀਆਂ ਰਹਿੰਦੀਆਂ, ਖਜ਼ਾਨੇ ਵੀ ਖਲੋਤੇ ਰਹਿੰਦੇ ਉਹਦੇ ਸਾਹਮਣੇ। ਹੱਥਾਂ ਦੇ ਨਿਸ਼ਾਨਾਂ ਅਨੁਸਾਰ ਹੀ ਰਿੱਧੀਆਂ ਸਿੱਧੀਆਂ ਸਾਹਮਣੇ ਆ ਕੇ ਖਲੋ ਜਾਂਦੀਆਂ ਜੀ। ਉਹ ਵੇਖ ਵੇਖ ਹੈਰਾਨ ਹੋਈ ਜਾਂਦਾ ਜੀ, ਕਮਾਲ ਹੋ ਗਈ। ਹਾਂਜੀ, ਕੋਮਲ ਗੋਲ ਕਪੋਲ ਸੁਹਾਵਨ। ਫਿਰ ਉਹਦਾ ਮਹਾਰਾਜ ਜੀ ਦੇ ਮੁਖ ਮੰਡਲ ਤੇ ਜਦੋਂ ਧਿਆਨ ਗਿਆ, ਕੋਮਲ ਗੋਲ ਤੇ ਕਪੋਲ ਸੁਹਾਵਨ। ਕੂਲੀਆਂ ਗੋਲ, ਕਪੋਲ ਕਹਿੰਦੇ ਗੱਲਾਂ ਨੂੰ, ਕਹਿੰਦੇ ਕੂਲੀਆਂ ਗੋਲ ਗੋਲ ਗੱਲਾਂ ਨੇ ਮਹਾਰਾਜ ਦੀਆਂ, ਉਹ ਬੜੀਆਂ ਸੋਹਣੀਆਂ ਲੱਗਦੀਆਂ ਨੇ। ਹਾਂਜੀ, ਉਨਤ ਨਾਸਕਾ ਮੋਦ ਬੜਾਵਨ। ਜਿਹੜਾ ਨਾਸਕਾ, ਇਹ ਵੀ ਵੇਖਿਆ ਜਦੋਂ, ਤੇ ਉਹ ਸਾਧ ਸੰਗਤ ਦੀ ਕਈਆਂ ਦਾ ਹੁੰਦਾ ਚੌੜਾ ਨੱਕ, ਉਹਦੇ ਨਾਲ ਇੰਨੀ ਸੁੰਦਰਤਾ ਨਹੀਂ ਰਹਿੰਦੀ ਮੁਖ ਦੀ। ਨੱਕ ਵੀ ਬਹੁਤ ਸੋਹਣਾ ਮਹਾਰਾਜ ਦਾ, ਸੁੰਦਰਤਾ ਵਧਾ ਰਿਹਾ। ਉਹਨੇ ਵੇਖਿਆ ਇਹ ਲੱਖਣ ਵੀ ਪੂਰਾ ਹੈ, ਹੱਥਾਂ ਦੇ ਲੱਖਣ ਵੀ ਪੂਰੇ ਹੈ, ਮੋਢਿਆਂ ਦੇ ਲੱਖਣ ਵੀ ਪੂਰੇ ਹੈ, ਗੱਲਾਂ ਦੇ ਲੱਖਣ ਵੀ ਪੂਰੇ ਹੈ, ਚਰਨਾਂ ਦੇ ਲੱਖਣ ਵੀ ਪੂਰੇ ਹੈ, ਨੋਹਾਂ ਦੇ ਲੱਖਣ ਵੀ ਪੂਰੇ ਨੇ। ਸਾਧ ਸੰਗਤ ਨਾਸਕਾ ਦਾ ਲੱਖਣ ਵੀ ਪੂਰਾ ਹੈ। ਹਾਂਜੀ, ਅਰਦੰ ਚੰਦਰਾਕਾਰ ਲਿਲਾਰੰ। ਤੇ ਨਾਸਕਾ ਤੋਂ ਬਾਅਦ ਫਿਰ ਮੱਥੇ ਵੱਲ ਧਿਆਨ ਗਿਆ ਜੀ ਪ੍ਰੋਹਤ ਜੀ ਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਮੱਥਾ ਦੇਖਿਆ ਤੇ ਅੱਧਾ ਚੰਦਰਮਾ ਜਿਵੇਂ ਹੁੰਦਾ ਹੈ ਨਾ, ਉਵੇਂ ਮਹਾਰਾਜ ਦੇ ਮੱਥੇ ਦੇ ਦਰਸ਼ਨ ਹੋਏ ਜੀ। ਪੂਰਾ ਹੀ ਚੰਦ ਬਣਦਾ ਸੀਗਾ ਜੀ, ਪੂਰਾ ਚੰਦ, ਅੱਧਾ ਚੰਦ ਉਹ ਬਣਦਾ ਹੈ। ਤੇ ਮਸਤਕ ਚੌੜਾ ਹੈ, ਚੌੜਾ। ਜਿਨ੍ਹਾਂ ਦਾ ਚੌੜਾ ਮੱਥਾ ਹੋਵੇ ਉਹਨਾਂ ਦਾ ਪ੍ਰਤਾਪ ਬੜਾ ਹੁੰਦਾ ਹੈ। ਆਖੋ ਵਾਹਿਗੁਰੂ। ਲੋਕ ਉਹਨਾਂ ਅੱਗੇ ਆਪੇ ਹੀ ਝੁਕੀ ਜਾਂਦੇ ਆ ਜੀ, ਚੌੜੇ ਮੱਥੇ ਵਾਲਿਆਂ ਦੇ ਜੀ। ਉਹ ਆਮ ਹੀ ਘਰਾਂ 'ਚ ਕਹਾਵਤਾਂ ਨੇ ਜੀ, ਕਹਿੰਦੇ ਜਿਹਦਾ ਚੌੜਾ ਮੱਥਾ ਹੋਵੇ ਉਹਦੇ ਕੋਲ ਪੈਸਾ ਬੜਾ ਹੁੰਦਾ ਹੈ ਜੀ। ਘਰਾਂ ਵਾਲਿਆਂ ਕਹਾਵਤਾਂ ਬਣਾਈਆਂ, ਕਹਿੰਦੇ ਇਹਦਾ ਮੱਥਾ ਬੜਾ ਚੌੜਾ ਹੈ, ਇਹਦੇ ਕੋਲ ਪੈਸਾ ਬੜਾ ਆਉਣਾ ਹੈ। ਚੌੜੇ ਮੱਥੇ ਵਾਲੇ ਦੇ ਅੱਗੇ ਲੋਕ ਆਪੇ ਹੀ ਝੁਕਦੇ ਜਾਂਦੇ ਜੀ। ਤੇ ਕਈ ਵਾਰੀ ਜਿਹਦੇ ਕੇਸ ਉੱਡ ਜਾਂਦੇ ਉਹਦਾ ਤਾਂ ਆਪੇ ਹੀ ਚੌੜਾ ਹੋ ਜਾਣਾ ਜੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਪ੍ਰੋਹਤ ਜੀ ਵੇਖਦੇ ਬੜੇ ਖੁਸ਼ ਹੋਏ ਜੀ ਮਹਾਰਾਜ ਦਾ ਮਸਤਕ ਦੇਖ ਕੇ। ਹਾਂਜੀ, ਧੰਨ ਪ੍ਰੇਕੁਟੀ ਸੋ ਕਰੰਚ ਬਿਨ ਬਾਰੰ। ਫਿਰ ਤ੍ਰਿਕੁਟੀ ਦੇ ਦਰਸ਼ਨ ਕੀਤੇ। ਉਹ ਇੱਕਦਮ ਸਾਫ਼ ਹੈ,
ਸਾਧ ਸੰਗਤ ਜੀ ਉੱਥੇ ਕੋਈ ਕੇਸ ਨਹੀਂ ਹੈ। ਜਦੋਂ ਤ੍ਰਿਕੁਟੀ ਦੇ ਦਰਸ਼ਨ ਕੀਤੇ ਤਾਂ ਵੀ ਨਿਹਾਲ ਹੋ ਗਏ ਜੀ। ਤ੍ਰਿਕੁਟੀ ਦਾ ਲੱਛਣ ਵੀ ਠੀਕ ਹੈ। ਹਾਂਜੀ। ਸੁਨ ਕਾਲੂ ਸੁਤ ਤੋਹੇ ਵਿਚਛਨ। ਗੌਰ ਦੇ ਨਾਲ ਦਰਸ਼ਨ ਕਰਦੇ ਹੀ ਰਹੇ ਤੇ ਦਰਸ਼ਨ ਕਰ ਕਰਕੇ ਫਿਰ ਬੋਲੇ, ਕਹਿਣ ਲੱਗੇ ਕਾਲੂ, ਕਹਿਣ ਲੱਗੇ ਸੁਤ ਤੋਹੇ ਵਿਚਛਨ, ਤੇਰਾ ਪੁੱਤ ਤੇ ਵੱਖਰਾ ਹੀ ਹੈ, ਕਹਿਣ ਲੱਗੇ। ਹਾਂਜੀ। ਇਸ ਮੈਂ ਲਖਿਅਤ ਬਤ ਸੁਲਛਨ। ਬਹੁਤ ਸੁੰਦਰ ਹੈ, ਬਹੁਤ ਸੁੰਦਰ ਹੈ, ਬਹੁਤ ਸੁੰਦਰ ਹੈ। ਤੇ 32 ਲੱਖਣ ਸੁੰਦਰਤਾ ਦੇ ਪੂਰੇ ਨੇ ਇਹਦੇ ਵਿੱਚ, ਕਹਿਣ ਲੱਗੇ ਪੂਰੇ 32 ਲੱਖਣ ਹੁੰਦੇ ਆ, ਪੂਰੇ ਨੇ 32 ਲੱਖਣ, ਕਹਿਣ ਲੱਗੇ। ਹਾਂਜੀ। ਕਰ ਤਰਵਾ ਇਹ ਊਰਦ ਆਈ। ਹੱਥਾਂ ਦੀ ਤਲੀ ਦੇ ਦਰਸ਼ਨ ਕੀਤੇ। ਤੁਸੀਂ ਵੀ ਆਪਣੇ ਹੱਥਾਂ ਦੀਆਂ ਤਲੀਆਂ ਵੇਖੋ, ਡੂੰਘਾ ਹੈਗਾ ਕਿ ਨਹੀਂ ਹੈਗਾ ਜੀ ਵਿੱਚ? ਡੂੰਘ ਹੁੰਦਾ ਜੀ ਵਿੱਚ ਥੋੜਾ ਜਿਹਾ, ਆਸੇ ਪਾਸੇ ਵਿੱਚ ਡੂੰਘ ਹੈ। ਗੁਰੂ ਨਾਨਕ ਸਾਹਿਬ ਦੀ ਹੱਥ ਦੀ ਤਲੀ 'ਚ ਡੂੰਘ ਨਹੀਂ ਸੀ, ਤਾਂ ਨੂੰ ਉਭਰੀ ਹੋਈ ਹੈ ਮਹਾਰਾਜ ਦੀ ਹੱਥ ਦੀ ਤਲੀ। ਇਹ ਵੀ ਅਵਤਾਰੀ ਪੁਰਸ਼ਾਂ ਦੀ ਨਿਸ਼ਾਨੀ ਹੈ। ਕਹਿਣ ਲੱਗੇ ਵੇਖ, ਹੱਥ ਦੀ ਤਲੀ ਵੀ ਉੱਚੀ ਹੈ ਇਹਨਾਂ ਦੀ, ਆ ਉੱਚੀ ਹੈ। ਹਾਂਜੀ। ਧਨ ਬਹੁ ਆਏ ਰੱਖੇ ਟਿਗ ਨਾਹੀ। ਕਹਿੰਦੇ ਇਹਦਾ ਭਾਵ ਪਤਾ ਕੀ ਹੈ? ਮਾਇਆ ਤੇ ਬਹੁਤ ਆਏਗੀ ਇਹਨਾਂ ਨੂੰ, ਕੋਲ ਨਹੀਂ ਰੱਖਣਗੇ। ਆਖੋ ਵਾਹਿਗੁਰੂ। ਕਿਉਂ? ਤੇ ਆਏ ਹੀ ਸਾਡੇ ਵਾਸਤੇ, ਸਾਨੂੰ ਦੇਣ ਤੇ ਆਏ ਨੇ ਮਹਾਰਾਜ, ਅੱਜ ਤੱਕ ਦੇ ਰਹੇ। ਕਹਿੰਦੇ ਕੋਲ ਨਹੀਂ ਰੱਖਣਗੇ। ਹਾਂਜੀ। ਪੜਿਓ ਸਮੁੰਦਰਕ ਮੈਂ ਬਹੁ ਸੋਧਾ। ਮੈਂ ਤਾਂ ਕਾਲੂ, ਮੈਂ ਸਮੁੰਦਰਕ ਗ੍ਰੰਥ ਪੜ੍ਹਿਆ, ਬਹੁਤ ਸੁਧਾਈ ਕੀਤੀ, ਬੜਾ ਸੋਧ ਨਾਲ ਪੜ੍ਹਿਆ। ਸਮੁੰਦਰਕ ਗ੍ਰੰਥ ਹੁਣ ਨਹੀਂ ਮਿਲਦਾ। ਇਸ ਗ੍ਰੰਥ ਵਿੱਚ ਸਰੀਰ ਦੇ ਚੱਕਰ ਚੇਨ ਅਨੁਸਾਰ ਹੀ ਬੰਦੇ ਦਾ ਭਵਿੱਖ ਦੱਸ ਦਿੰਦੇ ਆ ਜੀ, ਚੱਕਰ ਚੇਨ ਅਨੁਸਾਰ ਹੀ। ਹਾਂਜੀ। ਸ਼ੁਭ ਗੁਣ ਸਭ ਇਸ ਮੈਂ ਕਹਿ ਪ੍ਰੋਧਾ। ਬਸ ਜਿੰਨਾ ਗੌਰ ਨਾਲ ਮੈਂ ਦੇਖਿਆ, ਮੈਨੂੰ ਪਤਾ ਲੱਗ ਗਿਆ ਤੇਰੇ ਪੁੱਤਰ ਦੇ ਤੇ ਸਾਰੇ ਗੁਣ ਹੀ ਸ਼ੁਭ ਹੀ ਸ਼ੁਭ ਨੇ, ਸ਼ੁਭ ਹੀ ਸ਼ੁਭ ਨੇ, ਸ਼ੁਭ ਹੀ ਸ਼ੁਭ ਨੇ। ਹਾਂਜੀ। ਮਹਿਮਾ ਅਮਿਤ ਮਨੇ ਮਹਿਮਾਨੀ। ਮੈਂ ਆਪਣੇ ਮਨ ਵਿੱਚ ਤੇਰੇ ਬਾਲਕ ਬਾਰੇ ਸਮਝ ਲਿਆ, ਇਹਦੀ ਮਹਿਮਾ ਅਮਿਤ ਹੈ। 3-4 ਤੀਜਾਂ ਨੇ, ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਸਾਵਧਾਨ ਹੋ ਕੇ ਵਾਹਿਗੁਰੂ। ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਕੱਪੜਾ ਅਸੀਂ ਮਿਣਦੇ ਹਾਂ, ਦਾਣੇ ਤੋਲਦੇ ਹਾਂ, ਨੋਟ ਗਿਣਦੇ ਹਾਂ। ਹਾਂਜੀ। ਕੱਪੜਾ ਮਿਣ ਲੈਂਦੇ ਹਾਂ, ਕੁਝ ਚੀਜ਼ਾਂ ਤੋਲਣ ਵਾਲੀਆਂ ਹੁੰਦੀਆਂ ਉਹਨਾਂ ਨੂੰ ਤੋਲਦੇ ਹਾਂ, ਤੇ ਨੋਟਾਂ ਨੂੰ ਕੋਈ ਮਿਣਦਾ ਨਹੀਂ, ਕੋਈ ਤੋਲਦਾ ਨਹੀਂ, ਉਹ ਗਿਣਦੇ ਨੇ ਸਾਰੇ ਜੀ। ਮਿਣਤੀ, ਗਿਣਤੀ ਤੇ ਤੋਲ, 3 ਚੀਜ਼ਾਂ ਹੁੰਦੀਆਂ ਨੇ। ਕਹਿੰਦੇ ਗੁਰੂ ਸਾਹਿਬ ਜੀ ਦੀ ਮਹਿਮਾ ਨਾ ਮਿਣੀ ਜਾ ਸਕਦੀ, ਨਾ ਤੋਲੀ ਜਾ ਸਕਦੀ, ਨਾ ਗਿਣੀ ਜਾ ਸਕਦੀ ਹੈ। ਇਸ 3 ਕੰਮਾਂ ਤੋਂ ਬਾਅਦ ਹੈ ਜੀ ਕੰਮ। ਜਿਹੜੀ ਮਿਣੀ ਜਾਵੇ ਉਹ ਮਹਾਰਾਜ ਦੀ ਮਹਿਮਾ ਥੋੜੀ ਹੈ, ਜਿਹੜੀ ਤੋਲੀ ਜਾਵੇ ਉਹ ਸਾਡੇ ਗੁਰੂ ਜੀ ਦੀ ਮਹਿਮਾ ਥੋੜੀ ਹੈ। ਤੇ ਸਾਧ ਸੰਗਤ ਜੀ, ਜਿਹੜੀ ਗਿਣੀ ਜਾਵੇ ਉਹ ਗੁਰੂ ਜੀ ਦੀ ਮਹਿਮਾ ਥੋੜੀ ਹੈ। ਸਤਿਗੁਰੂ ਦੀ ਮਹਿਮਾ ਨਾ ਗਿਣੀ ਜਾਏਗੀ, ਨਾ ਮਿਣੀ ਜਾਏਗੀ, ਨਾ ਹੀ ਤੋਲੀ ਜਾਏਗੀ ਜੀ। ਅਮਿਤ ਸ਼ਬਦ ਆਇਆ, ਮਿਣੀ ਨਹੀਂ ਜਾ ਸਕਦੀ। ਤੇਰੇ ਪੁੱਤਰ ਦੀ ਮਹਿਮਾ ਕਿੰਨੀ ਹੈ। ਹਾਂਜੀ। ਹੈ ਅਵਤਾਰ ਸਤ ਚਿਤ ਜਾਨੀ। ਸਮਝ ਲਿਆ, ਸਤ ਕਰਕੇ ਤੇਰਾ ਪੁੱਤਰ ਅਵਤਾਰ ਹੈ, ਅਵਤਾਰ। ਹਾਂਜੀ। ਦਿਜ ਦਰਸਾਏ ਧਾਏ ਟਿਗ ਮਾਤਾ। ਸੋ ਪ੍ਰੋਹਤ ਹਰਦਿਆਲ ਜੀ ਨੇ ਦਰਸ਼ਨ ਕਰ ਲਏ ਜੀ। ਜਦੋਂ ਦਰਸ਼ਨ ਕਰ ਲਏ, ਦੱਸ ਦਿੱਤਾ, 10 ਦਾਈਆਂ ਫਿਰ ਲੈ ਗਈਆਂ ਮਾਤਾ ਜੀ ਦੇ ਕੋਲ। ਹਾਂਜੀ। ਦਿਨੋਂ ਜਾਏ ਸੋ ਸੁੰਦਰ ਤਾਤਾ। ਮਾਤਾ ਤ੍ਰਿਪਤਾ ਜੀ ਦੇ ਕੋਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਪਹੁੰਚਾ ਦਿੱਤਾ। ਮਹਾਰਾਜ ਮਾਤਾ ਜੀ ਦੇ ਕੋਲ ਚਲੇ ਗਏ। ਵੇਖੋ, ਹਰ ਵਿਦਿਆ ਦਾ ਖੰਡਨ ਕਰੀ ਜਾਂਦੇ, ਖੰਡਨ ਕਰੀ ਜਾਂਦੇ। ਸਾਧ ਸੰਗਤ ਜੀ, ਗੁਰਬਾਣੀ ਤੋਂ ਉੱਤੇ ਕੋਈ ਨਹੀਂ ਹੈ, ਪਰ ਜਿੱਥੇ ਇਹ ਗਿਆਨ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ, ਬਿਨਾਂ ਕਾਰਨ ਤੋਂ ਹੀ ਕਿਸੇ ਚੀਜ਼ ਨੂੰ ਰੱਦ ਕਰੀ ਦੇਣਾ।
ਕਿੰਨੀਆਂ ਕੀਮਤੀ ਗੱਲਾਂ ਮਹਾਰਾਜ ਜੀ ਦਾ ਸਰੀਰ ਦੇਖ ਕੇ ਪ੍ਰੋਹਤ ਜੀ ਨੂੰ ਪਤਾ ਲੱਗ ਗਈਆਂ ਜੀ। ਹਾਂਜੀ। ਨੰਦੀ ਮੁਖੰ ਸਾਧ ਕਰਵਾ ਸਰਾਧ ਕਰਵਾਇਓ। ਹਾਂਜੀ। ਬੇਦਨ ਬਿਦ ਜਾਂ ਵਿਪਰ ਬਤਾਇਓ। ਹਾਂਜੀ। ਕਾਲੂ ਕਹੇ ਨਾਮ ਸਿਸ ਰਾਖੋ। ਤੇ ਮਹਿਤਾ ਕਾਲੂ ਜੀ ਫਿਰ ਕਹਿਣ ਲੱਗੇ, ਕਹਿੰਦੇ ਹਰਦਿਆਲ ਜੀ ਨਾਮ ਵੀ ਫਿਰ ਤੁਸੀਂ ਰੱਖਣਾ, ਇਹਨਾਂ ਦਾ ਨਾਮ ਕੀ ਹੈ? ਹਾਂਜੀ। ਵਰਨ ਸੋਧ ਸੁਧ ਮੁਝ ਸਿਉ ਭਾਖੋ। ਅੱਖਰ ਸੋਧ ਕੇ ਵਿਚਾਰ ਕਰਕੇ ਮੈਨੂੰ ਨਾਮ ਦੱਸ ਦਿਓ, ਫਿਰ ਇਹਨਾਂ ਦਾ ਨਾਮ ਕੀ ਰੱਖਣਾ ਹੈ। ਸੁਨ ਕਾਲੂ ਇਸ ਨਾਮ ਅਪਾਰਾ। ਤੇ ਮਹਿਤਾ ਕਾਲੂ ਜੀ ਨੂੰ ਪ੍ਰੋਹਤ ਜੀ ਕਹਿਣ ਲੱਗੇ, ਕਾਲੂ ਜੀ ਸੁਣੋ, ਇਹਦਾ ਨਾਮ ਕੋਈ ਆਮ ਬਾਲਕਾਂ ਵਾਲਾ ਨਾਮ ਥੋੜੀ ਹੋਣਾ, ਇਹਨਾਂ ਦਾ ਨਾਮ ਵੀ ਅਪਾਰ ਹੀ ਹੋਣਾ। ਕਹਿਣ ਲੱਗੇ ਹਾਂਜੀ। ਹਉ ਰਾਖੂ ਕਰ ਸੋਧ ਵਿਚਾਰਾ। ਬੜਾ ਸੋਧ ਕੇ ਬੜੀ ਵਿਚਾਰ ਕਰਕੇ ਇਹਨਾਂ ਦਾ ਨਾਮ ਰੱਖਣਾ ਪੈਣਾ ਹੈ। ਕਹਿਣ ਲੱਗੇ ਰੱਖਾਂਗਾ ਸੋਧ ਕੇ ਵਿਚਾਰ ਕੇ। ਹਾਂਜੀ। ਅਬ ਨਿਜ ਕੁਲ ਕੀ ਕੀਜਹਿ ਚਾਲੀ। ਹੁਣ ਤੁਸੀਂ ਆਪਣੀ ਕੁਲ ਅਨੁਸਾਰ ਕਾਰਜ ਕਰੋ ਸਾਰਾ। ਹਾਂਜੀ। ਜੋ ਜਾਚੇ ਤਿਹ ਭੇਜ ਨ ਖਾਲੀ। ਪਰ ਇੱਕ ਗੱਲ ਚੇਤਾ ਰੱਖਿਓ, ਜਿਹੜਾ ਵੀ ਆਏਗਾ, ਜਿਹੜਾ ਵੀ ਤੁਹਾਡੇ ਘਰ ਆਵੇ ਮਹਿਤਾ ਕਾਲੂ, ਉਹਨੂੰ ਖਾਲੀ ਨਾ ਤੋਰੀ। ਕਹਿਣ ਲੱਗੇ ਬੜੇ ਵੱਡੇ ਪੁੱਤਰ ਦਾ ਆਗਮਨ ਹੋਇਆ ਤੇਰੇ ਘਰ 'ਚ। ਕਹਿਣ ਲੱਗੇ ਕਿਸੇ ਨੂੰ ਖਾਲੀ ਨਾ ਮੋੜੀ। ਕਹਿਣ ਲੱਗੇ ਪ੍ਰੋਹਤ ਜੀ ਚਲੇ ਗਏ ਖੁਸ਼ੀਆਂ ਖੁਸ਼ੀਆਂ ਚਾਵਾਂ ਚਾਵਾਂ ਦੇ ਨਾਲ ਜੀ। ਘਰ 'ਚ ਫਿਰ ਬੜਾ ਕੁਝ ਕੀਤਾ ਗਿਆ ਜੀ, ਬਹੁਤ ਕੁਝ ਕੀਤਾ ਗਿਆ। ਖੁਸ਼ੀਆਂ ਮਨਾਈਆਂ ਗਈਆਂ, ਚਾਅ ਕੀਤੇ ਗਏ, ਬੀਬੀਆਂ ਆਈਆਂ, ਜੋ ਸਮੇਂ ਗੀਤ ਗਾਏ ਜਾਂਦੇ ਉਹ ਵੀ ਗਾਏ ਜੀ। ਲੱਡੂ ਪੇੜੇ ਖੂਬ ਮਠਿਆਈਆਂ ਵੰਡੀਆਂ ਗਈਆਂ ਜੀ। ਤੇ ਕਰਦਿਆਂ ਕਰਦਿਆਂ ਫਿਰ ਨਾਮ ਰੱਖਣ ਵਾਲਾ ਦਿਨ ਆ ਗਿਆ ਜੀ। 13ਵੇਂ ਦਿਨ ਨਾਮ ਰੱਖਦੇ ਆ ਜੀ। ਉਸ ਸਮੇਂ ਅੱਜ ਤਾਂ ਗੁਰੂ ਸਾਹਿਬ ਜੀ ਦਾ ਮੁੱਖ ਵਾਕ ਲੈ ਕੇ ਹੁਕਮਨਾਮਾ ਸਾਹਿਬ ਜੀ ਦਾ ਜਿਹੜਾ ਵੀ ਅੱਖਰ ਆਵੇ ਉਹਦੇ ਤੋਂ ਨਾਮ ਰੱਖ ਲੈਂਦੇ ਆ। ਤੇ ਵੈਸੇ ਨਾਮ ਸੰਗਤ ਦੀ ਕਿਸੇ ਸਿਆਣੇ ਕੋਲੋਂ ਰਖਾਉਣਾ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ। ਭਗਤ ਧਰੂ ਜੀ ਦਾ ਜਦੋਂ ਜਨਮ ਹੋਇਆ ਨਾ, ਭਗਤ ਧਰੂ ਜੀ ਦਾ, ਤੇ ਨਾਰਦ ਮੁਨੀ ਉੱਥੇ ਪਹੁੰਚੇ। ਤੇ ਨਾਰਦ ਮੁਨੀ ਨੂੰ ਰਾਜੇ ਉਤਾਨਪਾਦ ਨੇ ਕਿਹਾ ਸੀਗਾ ਵੀ ਨਾਮ ਰੱਖੋ, ਇਹਦਾ ਕੀ ਰੱਖਣਾ ਹੈ। ਤੇ ਜਦੋਂ ਨਾਰਦ ਜੀ ਨੇ ਧਰੂ ਜੀ ਦਾ ਸਰੀਰ ਵੇਖਿਆ, ਮੱਥਾ ਵੇਖਿਆ, ਤੇ ਕਹਿਣ ਲੱਗੇ ਇਹਦਾ ਨਾਮ ਧਰੂ ਹੈ। ਧਰੂ ਦਾ ਅਰਥ ਹੁੰਦਾ ਟਿਕਿਆ ਹੋਇਆ। ਕਹਿੰਦੇ ਇਹਦਾ ਨਾਮ ਧਰੂ ਰੱਖਣਾ। ਬਿਲਕੁਲ ਉਹ ਧਰੂ ਹੀ ਰਹੇ, ਤੇ ਹੁਣ ਵੀ ਧਰੂ ਹੀ ਨੇ ਜੀ। ਉਹ ਹੁਣ ਵੀ ਟਿਕੇ ਹੀ ਹੋਏ ਨੇ ਜੀ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਨਾਮ ਕਿਸੇ ਸਿਆਣੇ ਕੋ ਰੱਖਣਾ ਚਾਹੀਦਾ। ਉਹ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਸਾਨੂੰ ਬਾਬਾ ਜੀ ਸੁਣਾਉਂਦੇ ਹੀ ਆ ਨਾ ਵੀ ਨਾਮ ਰੱਖਤਾ ਝੰਡਾ ਸਿੰਘ। ਫਿਰ ਦੂਜਾ ਪੁੱਤ ਹੋਇਆ, ਫਿਰ ਨਾਮ ਰੱਖਤਾ ਝੰਡਾ ਸਿੰਘ। ਤੀਜਾ ਹੋਇਆ, ਫਿਰ ਰੱਖਤਾ ਝੰਡਾ ਸਿੰਘ। ਚੌਥੇ ਤੇ ਫਿਰ ਉਹ ਘਰ ਦੇ ਸੋਚਣ ਲੱਗੇ ਵੀ ਇਹ ਹਰ ਇੱਕ ਦਾ ਨਾਮ ਝੰਡਾ ਸਿੰਘ ਹੀ ਰੱਖੀ ਜਾਂਦੇ ਆ। ਤੇ ਆਪਣੀ ਜਦੋਂ ਸਿਆਣਪ ਆ ਗਈ, ਕਹਿਣ ਲੱਗੇ ਜੀ ਹੁਣ ਆਪੇ ਹੀ ਰੱਖ ਲੈਨੇ। ਤੇ ਨਾਮ ਰੱਖ ਕੇ ਹੀ ਜਦੋਂ ਮਹਾਂਪੁਰਖਾਂ ਕੋ ਗਏ, ਮਹਾਂਪੁਰਖ ਕਹਿੰਦੇ ਹੁਣ ਮਨਮਤ ਕਰ ਲਈ ਹੈ, ਜੇ ਸਾਡੇ ਕੋ ਆਉਂਦੇ ਅਸੀਂ ਫਿਰ ਝੰਡਾ ਸਿੰਘ ਹੀ ਰੱਖਣਾ ਸੀ, 7 ਝੰਡੇ ਝੁੱਲਣੇ ਸਨ। ਕਹਿਣ ਲੱਗੇ ਨਾਮ ਰੱਖਣਾ ਕਿਹੜਾ ਛੋਟਾ ਕੰਮ ਹੈ, ਬੜੀ ਸਿਆਣਪ ਵਾਲਾ ਕੰਮ ਹੈ। 13ਵਾਂ ਦਿਨ ਆਇਆ ਜੀ ਨਾਮ ਰੱਖਣ ਵਾਲਾ। ਹਾਂਜੀ। ਤਰੋ ਦਸ ਦਿਵਸੈ ਸੰਖਿਆ ਕੀਨੀ। 13 ਦਿਨਾਂ ਦੀ ਗਿਣਤੀ ਕੀਤੀ ਗਈ ਜੀ ਆਗਮਨ ਤੋਂ 13 ਦਿਨ ਬਾਅਦ। ਹਾਂਜੀ। ਆਇਓ ਦਿਜ ਕਾਲੂ ਸਿੱਧ ਦੀਨੀ। ਤੇ ਮਹਿਤਾ ਕਾਲੂ ਜੀ ਨੇ ਖਬਰ ਦਿੱਤੀ ਸਾਧ ਸੰਗਤ ਜੀ ਪ੍ਰੋਹਤ ਜੀ ਨੂੰ ਵੀ 13ਵਾਂ ਦਿਨ ਹੋ ਗਿਆ, 13ਵੀਂ ਕਰਨੀ ਹੈ, ਆ ਜਾਓ। ਧਮਾਨ ਕਰਦੇ ਹੁੰਦੇ ਨੇ। ਹਾਂਜੀ। ਸਿਸ ਕੋ ਨਾਨਕ ਨਾਮ ਤਰੀਜੈ। ਆਏ ਤੇ ਕਹਿੰਦੇ ਜੀ ਮਹਿਤਾ ਕਾਲੂ ਜੀ ਪੁੱਛਦੇ ਨਾਮ ਕੀ ਰੱਖਣਾ। ਕਹਿੰਦੇ ਤੁਹਾਡੇ ਪੁੱਤਰ ਦਾ ਨਾਮ ਹੈ ਨਾਨਕ।
ਸਾਰੇ ਹੱਥ ਜੋੜੋ ਤੇ ਗੂੰਜਾਂ ਪਾ ਦਿਓ। ਇੱਕ ਵਾਰੀ ਕਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, 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 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਦਾਸ ਨੇ ਇਹ ਵੀ ਗੁਰਮੁਖਾਂ ਤੋਂ ਸੁਣਿਆ ਕਿ ਪ੍ਰੋਹਤ ਜੀ ਨਾ 12 ਦਿਨ ਸੋਚਦੇ ਰਹੇ ਵੀ ਨਾਮ ਕੀ ਰੱਖਣਾ। ਬੜੀ ਵੱਡੀ ਜ਼ਿੰਮੇਵਾਰੀ ਜੀ ਉਹਨਾਂ ਦੀ। ਇੰਨੇ ਵੱਡੇ ਅਵਤਾਰ ਦਾ ਨਾਮ ਰੱਖਣਾ ਹੈ, ਨਾਮ ਕੀ ਰੱਖਾਂ। ਫਿਰ 13ਵੇਂ ਦਿਨ ਉਹਨਾਂ ਨੇ ਕਰਤਾ ਪੁਰਖ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਤੁਹਾਡਾ ਨਾਮ ਹੈ, ਤੁਸੀਂ ਰਖਾਵੋ, ਮੈਨੂੰ ਨਹੀਂ ਪਤਾ। ਫਿਰ ਉਹਨਾਂ ਦੇ ਇੱਥੇ ਨਾਮ ਪ੍ਰਗਟ ਹੋਇਆ ਜੀ, ਅੰਦਰੋਂ ਨਾਮ ਨਾਨਕ ਪ੍ਰਗਟ ਹੋਇਆ ਜੀ। ਕਹਿਣ ਲੱਗੇ ਆਪਣੇ ਪੁੱਤਰ ਦਾ ਨਾਮ ਨਾਨਕ ਰੱਖ ਦਿਓ। ਇਸਕੀ ਸਰਬਰ, ਇਸਕੀ ਸਰਬਰ ਕੋ ਨਾ ਜਨੀਜੈ। ਤੇ ਪ੍ਰੋਹਤ ਜੀ ਕਹਿਣ ਲੱਗੇ ਮਹਿਤਾ ਕਾਲੂ ਇਸ ਨਾਮ ਦੇ ਬਰਾਬਰ ਦੂਜਾ ਨਾਮ ਕੋਈ ਨਹੀਂ ਹੈਗਾ। ਕਹਿਣ ਲੱਗੇ ਇਸ ਨਾਮ ਦੇ ਬਰਾਬਰ ਕੋਈ ਨਾਮ ਨਹੀਂ ਹੋ ਰਹੇਗਾ। ਹਾਂਜੀ। ਪੰਡਤ ਕਹਿ ਸੋ ਪਵਾਇਓ ਚੋਲਾ। ਫਿਰ ਚੋਲਾ ਪਵਾਇਆ ਜੀ, ਸੱਚੇ ਪਾਤਸ਼ਾਹ ਜੀ ਨੇ ਚੋਲਾ ਪਵਾਇਆ ਜੀ। ਹਾਂਜੀ। ਤਬ ਕਾਲੂ ਮੁਖ ਤੇ ਬਚ ਬੋਲਾ। ਤੇ ਫਿਰ ਮਹਿਤਾ ਕਾਲੂ ਜੀ ਸਿਆਣੇ ਆ ਨਾ, ਫਿਰ ਆਪਣੇ ਮੁਖੋਂ ਕਹਿਣ ਲੱਗੇ ਹਾਂਜੀ, ਰਲ ਮਿਲ ਨਾਮ ਸੋ ਤੁਰਕਨ ਹਿੰਦੂ। ਇਹ ਤੇ ਰਲਵਾ ਮਿਲਵਾ ਨਾਮ ਹੈ। ਕਹਿਣ ਲੱਗੇ ਰਲਵਾ ਮਿਲਵਾ, ਨਾ ਤੁਰਕਾਂ ਦਾ ਨਾ ਹਿੰਦੂਆਂ ਦਾ। ਭਾਵ ਵੀ ਨਾਮ ਜਾਂ ਤੁਰਕ ਦਾ ਹੋਵੇ ਜਾਂ ਹਿੰਦੂ ਦਾ, ਇਹ ਤੇ ਰਲਵਾ ਮਿਲਵਾ ਦੋਵਾਂ ਦਾ ਹੀ ਹੈ। ਇੱਕ ਨਾਮ ਹੋਣਾ ਚਾਹੀਦਾ ਹੈ ਨਾ। ਹਾਂਜੀ। ਨਹਿ ਰਾਖਵ ਇਹ ਨਾਮ ਦੇ ਜਿੰਦੂ। ਕਹਿਣ ਲੱਗੇ ਇਹ ਨਾਮ ਨਹੀਂ ਰੱਖਣਾ, ਕੋਈ ਹੋਰ ਨਾਮ ਰੱਖਣਾ। ਆਖੋ ਵਾਹਿਗੁਰੂ। ਆਪਣਾ ਫਿਰ ਚਲਾ ਦਿੰਦੇ ਸੀਗੇ ਪਹਿਰਾ ਪਿਤਾ ਜੀ। ਹਾਂਜੀ। ਅਵਰ ਨਾਮ ਕੋ ਸੋਧ ਤਰੀਜੈ। ਹੋਰ ਕੋਈ ਨਾਮ ਸੋਧੋ, ਵਿਚਾਰੋ, ਉਹ ਰੱਖਣਾ ਹੈ। ਹਾਂਜੀ। ਹਿਰਦੇ ਸ਼ੁਭਾਸ਼ੁਭ ਭੇਵ ਲਖੀਜੈ। ਕੋਈ ਚੰਗੇ ਮਾੜੇ ਦੀ ਵਿਚਾਰ ਕਰੋ ਵੀ ਹਿੰਦੂਆਂ ਨਾਲ ਵੀ ਨਾਮ ਮਿਲਦਾ, ਤੁਰਕਾਂ ਨਾਲ ਵੀ ਮਿਲਦਾ, ਰਲਵਾ ਮਿਲਵਾ ਜਾਏ ਨਾਮ ਹੈ। ਹਾਂਜੀ। ਜੋ ਖੱਤਰੀ ਕੇ ਕੁਲ ਪਲ ਲਾਗੇ। ਅੱਗੇ ਤੇ ਕਦੀ ਕਿਸੇ ਖੱਤਰੀ ਦਾ ਨਾਮ ਇਹ ਨਹੀਂ ਸੁਣਿਆ। ਖੱਤਰੀਆਂ ਦੀ ਕੁੱਲ ਨੂੰ ਜਿਹੜਾ ਫੱਬੇ ਵੀ ਨਾਮ, ਉਹੋ ਜਿਹਾ ਨਾਮ ਰੱਖੋ ਕਹਿੰਦੇ। ਹਾਂਜੀ। ਧਰੋ ਨਾਮ ਅਸ ਵਿਪਰ ਸੁਭਾਗੈ। ਢੁਕਵਾਂ ਨਾਮ ਰੱਖੋ, ਏਦਾਂ ਪੰਡਤ ਜੀ ਨੂੰ ਆਖਿਆ ਜੀ ਉਹਨਾਂ ਨੇ। ਹਾਂਜੀ। ਦੋਹਰਾ ਪੂਰਬ ਰਾਖੈ ਨਾਮ ਜੇ ਪਛ ਹਿੰਦੂਅਨ ਜੋਏ। ਹਾਂਜੀ। ਸੋ ਤੁਮ ਹਿਰਦੇ ਵਿਚਾਰ ਕੈ ਕਹੋ ਨਾ ਤਰਕੈ ਕੋਏ। ਪਹਿਲਾਂ ਵਿਚਾਰ ਕਰੋ ਵੀ ਜਿਵੇਂ ਹਿੰਦੂਆਂ ਦਾ ਨਾਮ ਤੁਰਿਆ ਆਉਂਦਾ ਹੈ ਖੱਤਰੀਆਂ ਦੇ ਵਿੱਚ, ਉਹੋ ਜਿਹਾ ਰੱਖੋ, ਕੋਈ ਤਰਕ ਤੇ ਨਾ ਕਰੇ ਸਾਨੂੰ। ਹਾਂਜੀ। ਚੌਪਈ ਸੁਨਿਓ ਸਰੋਨ ਦਿਜ ਬਚਨ ਉਚਾਰਾ। ਹੁਣ ਸਾਵਧਾਨ ਹੋਵੋ ਜਰਾ ਜੀ, ਧਿਆਨ ਨਾਲ ਸੁਣਿਓ। ਪ੍ਰੋਹਤ ਜੀ ਕਹਿਣ ਲੱਗੇ ਹਾਂਜੀ, ਜਿਹ ਤੁਮਰੋ ਸੁਤ ਵੱਡ ਅਵਤਾਰਾ। ਕਹਿੰਦੇ ਉਹ ਮਹਿਤਾ ਕਾਲੂ ਤੇਰਾ ਪੁੱਤਰ ਵੱਡਾ ਅਵਤਾਰ ਹੈ ਪਰਮੇਸ਼ਰ ਦਾ। ਕਿਉਂ ਵੱਡਾ, ਉਹਦਾ ਕਾਰਨ ਵੀ ਸੁਣੋ। ਹਾਂਜੀ। ਰਾਮ ਕਿਸ਼ਨ ਅਵਤਾਰ ਜੋ ਹਰ ਕਾ ਪੂਜਤ ਹਿੰਦ ਨਾ ਮਾਨੈ ਤੁਰਕਾ। ਕਹਿੰਦੇ ਐ ਖਲੋਤੇ ਬੋਲ ਕੇ ਸਮਝਾ ਰਹੇ ਐ, ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ। ਹਰੀ ਦੇ ਅਵਤਾਰ ਹੋਏ ਐ ਸ਼੍ਰੀ ਰਾਮ ਜੀ, ਸ਼੍ਰੀ ਕ੍ਰਿਸ਼ਨ ਜੀ। ਪੂਜਤ ਹਿੰਦੂ ਨਾ ਮਾਨੈ ਤੁਰਕਾ। ਕਦੀ ਕਿਸੇ ਨੇ ਵੇਖਿਆ ਕੋਈ ਮੁਸਲਮਾਨ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮਨਾ ਰਿਹਾ ਹੋਵੇ ਜੀ, ਰਾਮ ਨੌਮੀ ਮਨਾ ਰਿਹਾ ਹੋਵੇ? ਉਹ ਨਹੀਂ ਮਨਾਉਂਦੇ। ਉਹਨਾਂ ਨੂੰ ਹਿੰਦੂ ਵੀਰ ਮਨਾਉਂਦੇ ਆ, ਮੁਸਲਮਾਨ ਨਹੀਂ। ਹਾਂਜੀ। ਇਹ ਸਿਸ ਕੋ ਮਾਨੇਗੇ ਦੋ ਹਿੰਦ ਤੁਰਕ ਸਿੱਖ ਹੋਏ ਸਭ ਕੋ। ਪਰ ਮਹਿਤਾ ਕਾਲੂ ਤੇਰੇ ਪੁੱਤਰ ਨੂੰ, ਇਸ ਪੁੱਤਰ ਨੂੰ
इस सिस को मानेंगे दो, हिंदू तुर्क सिख सब हो। ਉਹਨਾਂ ਨੂੰ ਕੱਲੇ ਹਿੰਦੂਆਂ ਨੇ ਮੰਨਿਆ, ਤੇਰੇ ਪੁੱਤਰ ਨੂੰ ਦੋਵਾਂ ਨੇ ਮੰਨਣਾ ਹੀ। ਹਿੰਦੂ ਵੀ ਮੰਨਣਗੇ, ਮੁਸਲਮਾਨ ਵੀ ਮੰਨਣਗੇ, ਹਿੰਦੂ ਮੁਸਲਮਾਨ ਦੋਵੇਂ ਸਿੱਖ ਬਣਨਗੇ ਕਹਿਣ ਲੱਗੇ। ਹਾਂਜੀ। इसके चरण पोत की न्याई, इसके चरण पोत की न्याई। पोत जहाज कहते ਇਹਦੇ चरण ते जहाज वर्गे है। हाँ जी। पार परे परमार्थ पाई, ਜਿਹੜਾ ਇਸ ਇਹਦੇ ਚਰਨਾਂ ਵਿੱਚ ਆ ਕੇ ਬੈਠੇਗਾ ਉਹ ਭਵ ਸਾਗਰ ਤੋਂ ਪਾਰ ਹੋ ਜਾਏਗਾ। ਜਿਹੜਾ ਇਹਨਾਂ ਦੇ ਚਰਨਾਂ 'ਚ ਆ ਕੇ ਬੈਠੇਗਾ ਉਹ ਮੁਕਤ ਹੋ ਜਾਏਗਾ। ਵੇਖੋ ਕਿੰਨਾ ਹਿਰਦਾ ਹਰਦਿਆਲ ਜੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੇ ਨਾਲ ਭਰਿਆ ਪਿਆ ਹੈ ਜੀ। ਉਹਨਾਂ ਕੋਲ ਵਿਦਿਆ ਹੈ, ਆਉਣ ਵਾਲੇ ਸਮੇਂ ਦਾ ਸਭ ਕੁਝ ਜਾਣ ਲਿਆ ਉਹਨਾਂ ਨੇ ਜੀ। ਹਾਂਜੀ। ਸੰਗਤ ਕਰੇ ਧਰੇ ਭਵ ਸਾਗਰ, ਜਿਹੜਾ ਤੁਹਾਡੇ ਪੁੱਤਰ ਦੀ ਸੰਗਤ ਕਰੇਗਾ ਕੀ ਹੋਏਗਾ? ਸੰਗਤ ਕਰਹਿ ਤਰਹਿ ਭਵ ਸਾਗਰ। ਭਵ ਸਾਗਰ ਤੋਂ ਹੀ ਤਰਜੂ ਕਹਿਣ ਲੱਗੇ। ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ। सकल जगत में होए उजागर, उजागर जानिया जान वाला, चानन दायक, पूजन दायक। इन्हां दे चरण ए सगल जगत में होए उजागर। ये तो उजागर हो जान के कहन लगे। बहुत बंदियां दा नाम ही उजागर सिंह हुंदा। मैनू थोड़े दिन हो गए बाबा जी सुना रहे थे ਇਹੋ ਹੀ ਗੱਲ ਜੀ। ਨਾਮ ਹੀ ਉਜਾਗਰ ਸਿੰਘ ਹੁੰਦਾ, ਉਜਾਗਰ ਨਹੀਂ ਹੁੰਦੇ। ਮਹੱਲੇ 'ਚ ਨਹੀਂ ਕੋਈ ਜਾਣਦਾ ਹੁੰਦਾ ਜੀ। ਨਾਮ ਉਜਾਗਰ ਸਿੰਘ ਹੁੰਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਉਜਾਗਰ ਨੇ, ਉਜਾਗਰ। ਹਾਂਜੀ। ਬਹੁਤ ਨਰਨ ਕੋ ਕਰੇ ਉਧਾਰਾ, ਬਹੁਤ ਮਨੁੱਖਾਂ ਦਾ ਇਹਨਾਂ ਨੇ ਉਧਾਰ ਕਰਨਾ ਕਹਿਣ ਲੱਗੇ। ਬਹੁਤ ਮਨੁੱਖਾਂ ਦਾ, ਗਿਣਤੀ ਨਹੀਂ ਦੱਸੀ। ਹਾਂਜੀ। ਨਾਮ ਭਗਤ ਦੇ ਦਾਨ ਉਦਾਰਾ, ਨਾਮ ਦੀਆਂ ਦਾਤਾਂ ਦੇਣਗੇ ਕਹਿਣ ਲੱਗੇ। ਪਰਮੇਸ਼ਰ ਦਾ ਨਾਮ ਦੇਣਗੇ। ਸੰਗਤ ਜੀ ਕੱਪੜੇ ਲੀੜੇ ਅੰਨ ਬਸਤਰ ਧਨ ਗੱਡੀਆਂ ਮੋਟਰਾਂ ਘਰ ਮਹਿਲ ਲੋਕੀ ਦਾਨ ਕਰ ਲੈਣਗੇ। ਨਾਮ ਦੀ ਦਾਤ ਹਰ ਕੋਈ ਨਹੀਂ ਤੇ ਦੇ ਸਕਦਾ ਜੀ। ਹਰ ਕੋਈ ਨਹੀਂ ਦੇ ਸਕਦਾ ਜੀ। ਨਾਮ ਦੀ ਦਾਤ ਬਹੁਤ ਵੱਡੀ ਦਾਤ ਹੈ। ਕਹਿਣ ਲੱਗੇ ਨਾਮ ਦੀਆਂ ਦਾਤਾਂ ਹੀ ਦੇਣਗੇ ਸਿੱਧੀਆਂ ਇਹ। ਹਾਂਜੀ। ਦੋਹਰਾ ਵਨ ਤ੍ਰਿਨ ਭੂਮ ਆਕਾਸ਼ ਮੈਂ ਹੋਏ ਅਦਕ ਪ੍ਰਤਾਪ। ਜੇ ਜੰਗਲਾਂ 'ਚ ਜਾਣਗੇ ਜੰਗਲਾਂ 'ਚ ਵੀ ਪੂਰਾ ਹੀ ਪ੍ਰਤਾਪ ਹੋਏਗਾ। ਜੰਗਲ 'ਚ ਬੈਠਾ ਕੌਡਾ ਕਿਵੇਂ ਪੂਜਦਾ ਮਹਾਰਾਜ ਨੂੰ ਫਿਰਦੀ ਆ। ਜੰਗਲਾਂ 'ਚ ਜੜੀਆਂ ਬੂਟੀਆਂ 'ਚ ਧਰਤੀ ਤੇ ਆਕਾਸ਼ 'ਚ ਜਾਣਗੇ। ਆਕਾਸ਼ ਵੀ ਰਾਹ ਦੇਗਾ ਇਹਨਾਂ। ਹਰ ਥਾਂ ਤੇ ਇਹਨਾਂ ਦਾ ਪ੍ਰਤਾਪ ਹੋਏਗਾ, ਜਸ ਹੋਏਗਾ ਤੇਰੇ ਪੁੱਤਰ ਦਾ। ਹਾਂਜੀ। ਪਰਮ ਪੁਰਾਤਨ ਪੁਰਖ ਪਰ ਮਾਨਵ ਕਰਹਿ ਜਾਪ। ਕਹਿਣ ਲੱਗੇ ਇਹ ਪੁਰਖ ਪੁਰਾਤਨ ਹਨ, ਪਰਮ ਹਨ, ਸ੍ਰੇਸ਼ਟ ਹਨ, ਖੁਦ ਪਰਮੇਸ਼ਰ ਹਨ। ਮਨੁੱਖ ਇਹਨਾਂ ਦੇ ਨਾਮ ਦਾ ਜਾਪ ਕਰਿਆ ਕਰਨਗੇ। ਆਖੋ ਸਾਰੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਹਿੰਦੂ ਤੁਰਕ ਜਪੇਂਗੇ ਦੋ। ਫਿਰ ਇੱਕ ਫਿਰਕੇ ਨੇ ਥੋੜੀ ਜਪਣਾ। ਹਿੰਦੂ ਤੁਰਕ ਜਪੇਂਗੇ ਦੋ। ਹਿੰਦੂ ਵੀ ਕਹਿਣਗੇ ਧੰਨ ਗੁਰੂ ਨਾਨਕ, ਮੁਸਲਮਾਨ ਵੀ ਕਹਿਣਗੇ ਧੰਨ ਗੁਰੂ ਨਾਨਕ। ਸਿੱਖਾਂ ਨੇ ਤੇ ਕਹਿਣਾ ਹੀ ਕਹਿਣਾ ਹੈ, ਉਹਨਾਂ ਦੇ ਤੇ ਗੁਰੂ ਨੇ, ਪਾਤਸ਼ਾਹ ਨੇ, ਮਾਲਕ ਨੇ। ਧੰਨ ਗੁਰੂ ਨਾਨਕ, 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 ਹਾਂਜੀ। ਸੰਭਲ ਨਾਮ ਇਹ ਜਾਨੋ ਸੋ। ਇਹ ਨਾਮ ਨਾਨਕ ਜਿਸ ਉੱਤੇ ਤੁਸੀਂ ਤਰਕ ਕਰਦੇ ਹੋ, ਕਹਿਣ ਲੱਗੇ ਇਹਨੂੰ ਬੀਜ ਨਾਮ ਸਮਝੋ, ਤਤ ਨਾਮ ਸਮਝੋ। ਬੀਜ ਤੋਂ ਹੀ ਰੁੱਖ ਬਣਦਾ ਹੈ, ਬੀਜ ਤੋਂ ਹੀ ਵਿਸਥਾਰ ਹੁੰਦਾ ਹੈ। ਸਿੱਖੀ ਦਾ ਬੀਜ ਨਾਮ ਕੀ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ। ਇੱਥੋਂ ਹੀ ਵਿਸਥਾਰ ਹੁੰਦਾ ਹੈ, ਇੱਥੋਂ ਹੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸਾਹਿਬ, ਧੰਨ ਕਲਗੀਆਂ ਵਾਲੇ ਮਹਾਰਾਜ ਸੱਚੇ ਪਾਤਸ਼ਾਹ, ਸਾਰਾ ਵਿਸਥਾਰ ਇੱਥੋਂ ਹੀ ਹੈ। ਇੱਥੋਂ ਹੀ ਬਾਬਾ ਦੀਪ ਸਿੰਘ ਜੀ ਹੈ, ਇੱਥੋਂ ਹੀ ਬਾਬਾ ਬੁੱਢਾ ਸਾਹਿਬ ਹੈ, ਇੱਥੋਂ ਹੀ ਵੱਡੇ ਵੱਡੇ ਸਿੱਖ ਨੇ, ਇੱਥੋਂ ਵੱਡੇ ਵੱਡੇ ਪੂਜਨੀਕ ਮਹਾਂਪੁਰਖ ਨੇ। ਗੁਰੂ ਨਾਨਕ ਸਾਹਿਬ ਜੀ ਦਾ ਨਾਮ ਬੀਜ ਨਾਮ ਹੈ। ਬੀਜ ਤੋਂ ਹੀ ਰੁੱਖ ਹੈ ਨਾ ਸਾਰਾ, ਇਸੇ ਨਾਮ ਦਾ ਹੀ ਪ੍ਰਤਾਪ ਹੈ ਨਾ ਸਾਰਾ। ਫਿਰ ਹਾਂਜੀ। ਭਵ ਪੱਤਰੀ ਮੈਂ ਇਹ ਸ਼ੁਭ ਬਾਤਾਂ। ਜਨਮ ਪੱਤਰੀ ਵਿੱਚ ਇਹ ਸਾਰੀਆਂ ਸ਼ੁਭ ਗੱਲਾਂ ਹੁੰਦੀਆਂ ਨੇ। ਜੋ ਹੇਰੀ ਸੋ ਭਾਖੀ ਖਿਆਤਾ। ਕਹਿਣ ਲੱਗੇ ਜੋ ਮੈਂ ਆਉਣ ਵਾਲਾ ਸਮਾਂ ਦੇਖ ਰਿਹਾ ਉਹ ਮੈਂ ਦੱਸਿਆ। ਕਹਿਣ ਲੱਗੇ ਕੋਲੋਂ ਨਹੀਂ ਕੁਝ ਦੱਸਿਆ, ਮੈਂ ਤਾਂ ਕਾਲੂ ਕੋਲੋਂ ਕੁਝ ਨਹੀਂ ਦੱਸਿਆ। ਹਾਂਜੀ। ਕਾਲੂ ਕੂਰ ਨਾ ਲਖੀਏ ਕੋ। ਹੇ ਕਾਲੂ ਮੇਰੀਆਂ ਗੱਲਾਂ ਨੂੰ ਝੂਠੀਆਂ ਨਾ ਸਮਝੀ। ਕਹਿਣ ਲੱਗੇ ਇਹ ਗੱਲਾਂ ਸੱਚ। ਹੁਣ ਤੁਸੀਂ ਖੁਦ ਦੱਸੋ, ਜੋ ਪੰਡਿਤ ਹਰਦਿਆਲ ਜੀ ਕਹਿ ਰਹੇ ਨੇ ਸੱਚ ਹੈ ਕਿ ਝੂਠ ਹੈ ਜੀ? ਬਿਲਕੁਲ ਸੱਚ ਆਖਿਆ ਜੀ ਉਹਨਾਂ ਨੇ। ਇੱਕ ਗੱਲ ਸੱਚ ਆਖੀ ਦੀ ਉਹਨਾਂ ਨੇ। ਹਾਂਜੀ। ਕਹੀ ਸਾਚ ਨਿਸ਼ਚੈ ਹੋਏ ਸੋ। ਕਹਿਣ ਲੱਗੇ ਮੈਂ ਸੱਚ ਗੱਲ ਕਹੀ ਹੈ, ਆਪਣੇ ਹਿਰਦੇ ਵਿੱਚ ਨਿਸ਼ਚਿੰਤ ਹੋ ਜਾ। ਕਹਿਣ ਲੱਗੇ ਮੇਰੇ ਪੁੱਤਰ ਦਾ ਕੀ ਭਵਿੱਖ ਹੋਏਗਾ। ਛੱਡ ਦੇ, ਜਿਹੜਾ ਇਹਨਾਂ ਦਾ ਨਾਮ ਲਏਗਾ ਉਹਦਾ ਭਵਿੱਖ ਵੀ ਵਧੀਆ ਹੋ ਜਾਇਆ ਕਰੇਗਾ। ਹਾਂਜੀ। ਨਾਨਕ ਨਾਮ ਅਰਥ ਤਿਹ ਸੁਣੀਏ। ਪਰਮ ਬਰਨ ਬਰ ਉਰ ਮੈਂ ਗੁਨੀਏ। ਕਹਿਣ ਲੱਗੇ ਨਾਨਕ ਨਾਮ ਦੇ ਅਰਥ ਸੁਣ ਲੈ। ਕਵੀ ਸੰਤੋਖ ਸਿੰਘ ਜੀ ਨੇ ਵੀ ਕੀਤੇ, ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਕੀਤੇ। ਭਾਈ ਨੰਦ ਲਾਲ ਜੀ ਦੇ ਸੌਖੇ ਸਮਝ ਆ ਜਾਂਦੇ ਆ, ਲਗਭਗ ਇੱਕੋ ਹੀ ਨੇ ਅਰਥ ਜੀ। ਇੱਕ ਇੱਕ ਅੱਖਰ ਦੇ ਉਹ ਅਰਥ ਕਰਦੇ ਆ। ਨਾਨਕ ਕਿਵੇਂ ਲਿਖਦੇ ਆ? ਨੰਨਾ, ਨੰਨੇ ਨੂੰ ਕੰਨਾ, ਫਿਰ ਨੰਨਾ, ਫਿਰ ਕੱਕਾ, ਨਾਨਕ। ਫਾਰਸੀ 'ਚ ਲਿਖਦੇ ਆ ਨੂਨ, ਕੰਨੇ ਨੂੰ ਅਲਫ ਕਹਿੰਦੇ ਆ, ਅਲਫ ਫਿਰ ਨੂਨ, ਨੰਨਾ, ਕਾਫ, ਕੱਕਾ। ਭਾਈ ਨੰਦ ਲਾਲ ਜੀ ਕਹਿੰਦੇ ਸਿੱਖੋ ਤੁਸੀਂ ਨਾਨਕ ਕਹਿੰਦੇ ਅੱਗੇ ਚਲੇ ਜਾਂਦੇ ਜੇ, ਮੇਰੇ ਕੋਲ ਨਹੀਂ ਅੱਗੇ ਜਾਇਆ ਜਾਂਦਾ। ਨਾਨਕ ਦੇ ਅਰਥ ਬਹੁਤ ਵੱਡੇ ਨੇ। ਹਰ ਦੋ ਨੂਨ ਇਹ ਨਾਮ ਪਾਕਸ਼ ਨਈਮੋ ਨਸੀਰ। ਹਰ ਪਵਿੱਤਰ ਨੰਨੇ ਦਾ ਕਹਿੰਦੇ ਮਤਲਬ ਹੈਗਾ ਪਾਕਸ਼ ਹੈ, ਪਵਿੱਤਰ ਹੈ। ਪਹਿਲਾ ਨੰਨਾ ਹੈ ਨਈਮ। ਨਈਮ ਕਿਹਨੂੰ ਕਹਿੰਦੇ ਆ? ਦਾਤਾਂ ਵੰਡਣ ਵਾਲੇ ਨੂੰ। ਮਹਾਰਾਜ ਦਾਤਾਂ ਵੰਡਣ ਆਏ ਨੇ। ਨਈਮ, ਨਈਮੋ ਨਸੀਰ। ਦੂਜੇ ਨੰਨੇ ਦਾ ਅਰਥ ਹੈ ਨਸੀਰ। ਨਸੀਰ ਕਹਿੰਦੇ ਆਸਰੇ ਨੂੰ, ਸਹਾਰੇ ਨੂੰ। ਜਿਹਨੂੰ ਕਿਤੋਂ ਆਸਰਾ ਨਹੀਂ ਮਿਲਦਾ ਉਹਨੂੰ ਗੁਰੂ ਨਾਨਕ ਸਾਹਿਬ ਆਸਰਾ ਦਿੰਦੇ ਨੇ। ਅਲਫ ਮਿਆਨੋ ਆਹਦ,
ਵਿਚਲੇ ਕੰਨੇ ਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਦੀ ਹੱਦ ਕੋਈ ਨਹੀਂ ਜੇ। ਕਾਫ ਆਖਰੀ ਰਾ ਕਬੀਰ, ਆਖਰੀ ਜਿਹੜਾ ਕੱਕਾ ਇਹਦਾ ਅਰਥ ਹੈ ਗੁਰੂ ਨਾਨਕ ਸਾਹਿਬ ਕਬੀਰ ਨੇ। ਕਬੀਰ ਕਹਿੰਦੇ ਵੱਡੇ ਨੂੰ, ਗੁਰੂ ਨਾਨਕ ਸਾਹਿਬ ਬਹੁਤ ਵੱਡੇ ਨੇ ਜੀ, ਬਹੁਤ ਵੱਡੇ ਨੇ। ਇਸੇ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਸਭ ਤੇ ਵੱਡਾ ਜਿਨ ਕਲ ਰਾਖੀ ਮੇਰੇ। ਹਾਂਜੀ ਹਾਂਜੀ। ਦੋਹਰਾ ਪਰਮ ਹਰਖ ਕਾਲੂ ਕਰਤ ਸੁਨ ਦਿਜਬਰ ਕੇ ਬੈਨ। ਮਹਿਤਾ ਕਾਲੂ ਜੀ ਨੇ ਸਾਧ ਸੰਗਤ ਦੀ ਗੱਲ ਸੁਣੀ ਹੈ ਇਹਨਾਂ ਦੀ, ਹਰਦਿਆਲ ਜੀ ਦੀ। ਤੇ ਫਿਰ ਪਰਮ ਹਰਖ, ਇੱਕ ਹੁੰਦਾ ਖੁਸ਼ੀ ਹੋਣੀ, ਇੱਕ ਹੁੰਦਾ ਪਰਮ ਖੁਸ਼ੀ ਹੋਣੀ। ਹੁਣ ਜਿਹਦੇ ਪੁੱਤਰ ਦੀਆਂ ਇੰਨੀਆਂ ਸਿਫਤਾਂ ਹੋਈਆਂ, ਹੁਣ ਉਹ ਕਿਉਂ ਨਹੀਂ ਖੁਸ਼ ਹੋਏਗਾ ਜੀ? ਕਿਉਂ ਨਹੀਂ ਖੁਸ਼ ਹੋਏਗਾ? ਬਹੁਤ ਹੀ ਖੁਸ਼ ਹੋਏ ਜੀ, ਬਹੁਤ ਖੁਸ਼ ਹੋਏ ਜੀ। ਹਾਂਜੀ। ਸਾਦਰ ਦੀਨ ਪਾਇਨੰ ਗਇਓ ਬਹੁਰ ਨਿਜੈਨ। ਤੇ ਫਿਰ ਹਰਦਿਆਲ ਜੀ ਨੂੰ ਭੇਟਾ ਵੀ ਦਿੱਤੀ, ਸਤਿਕਾਰ ਸਹਿਤ ਹੋਰ ਭੇਟਾਵਾਂ ਦਿੱਤੀਆਂ। ਤੇ ਫਿਰ ਉਹ ਆਪਣੇ ਘਰ ਨੂੰ ਚਲੇ ਗਏ ਜੀ। ਹਾਂਜੀ। ਜਾਵਤ ਦਿਜਬਰ ਹਿਰਦੇ ਵਿਚਾਰਤ। ਹੁਣ ਬ੍ਰਾਹਮਣ ਜੀ ਜਾ ਰਹੇ ਆ, ਰਸਤੇ ਵਿੱਚ ਗੱਲਾਂ ਸੋਚਦੇ ਹੋਏ ਜਾ ਰਹੇ। ਹਾਂਜੀ। ਗਟੀ ਗਿਣਤ ਹੋਵਤ ਅਤਿਆਰਤ। ਕੁਝ ਗੱਲਾਂ ਸੋਚ ਕੇ ਨਾ, ਸਮੇਂ ਦੀ ਵਿਚਾਰ ਕਰਕੇ ਥੋੜੇ ਦੁਖੀ ਹੋ ਰਹੇ ਨੇ ਜੀ। ਕਿਉਂ ਵੀ ਸੁਣ ਲਓ। ਹਾਂਜੀ। ਦੇਹ ਬ੍ਰਿਧ ਪੀ ਬੈਸ ਬਿਹਾਵਾ। ਉਹਨਾਂ ਸੋਚਿਆ ਸਰੀਰ ਮੇਰਾ ਬਜ਼ੁਰਗ ਹੋ ਗਿਆ, ਉਮਰ ਵੀ ਲਗਭਗ ਹੋ ਗਈ ਹੈ, ਬਤੀਤ ਕਰ ਲਈ ਹੈ। ਜਾਂ ਤੇ ਭਇਓ ਮੁਝ ਮਨ ਪਛਤਾਵਾ। ਇਹਦਾ ਪਛਤਾਵਾ ਹੋ ਰਿਹਾ ਵੀ ਮੈਂ ਬੁੱਢਾ ਕਿਉਂ ਛੇਤੀ ਹੋ ਗਿਆ, ਇਹਦਾ ਪਛਤਾਵਾ ਹੋ ਰਿਹਾ ਉਹਨਾਂ ਨੂੰ। ਹਾਂਜੀ। ਨਹਿ ਦੇਖਵ ਮੈਂ ਇਹ ਪ੍ਰਤਾਪ। ਗੁਰੂ ਨਾਨਕ ਦੇਵ ਜੀ ਦਾ ਜਦੋਂ ਪ੍ਰਤਾਪ ਵਧਣਾ ਉਹਦੇ ਬਾਰੇ ਸੋਚ ਰਹੇ ਆ ਵੀ ਇਹਨਾਂ ਦਾ ਵਧਿਆ ਪ੍ਰਤਾਪ ਮੈਂ ਨਹੀਂ ਦੇਖ ਸਕਾਂਗਾ। ਹਾਂਜੀ। ਪੂਰ ਬੇਸੂਰਤ ਪੰਡਤ ਆਪ। ਤੇ ਉਹ ਜਾਂਦੇ ਆ ਨਾ ਜੀ, ਹਰਦਿਆਲ ਜੀ ਸੋਚਦੇ ਹੋਏ ਜਾ ਰਹੇ। ਹਾਂਜੀ। ਕੋ ਲਗ ਮੈਂ ਜੀਵੋ ਜਗ ਮਾਹੀ, ਪੂਰਨ ਭਾਗ ਹੈ ਕਿ ਮਮ ਨਾਹੀ। ਸਾਧ ਸੰਗਤ ਦੀ ਮਨ ਚ ਸੋਚਦੇ ਆ ਵੀ ਮੇਰੇ ਭਾਗ ਜਾਗਣਗੇ ਕਿ ਨਹੀਂ, ਮੈਂ ਇਹਨਾਂ ਦੇ ਮੁਖੋਂ ਵੀ ਬਚਨ ਸੁਣਾਂਗਾ ਜਾਂ ਨਹੀਂ ਸੁਣਾਂਗਾ। ਕਿੰਨੀ ਕੁ ਮੇਰੀ ਉਮਰ ਹੈ, ਕਿੰਨਾ ਕੁ ਚਿਰ ਮੈਂ ਹੋਰ ਜਿਉਂਦਾ ਰਵਾਂਗਾ। ਬਜ਼ੁਰਗ ਨੂੰ ਆਸ ਹੁੰਦੀ ਵੀ ਸਾਲ 2 ਸਾਲ ਨੂੰ। ਹਾਂਜੀ। ਸੇ ਸੁਤਾ ਤਜ ਆਵਹਿ ਤਰੁਨਾਹੀ। ਸੇ ਸੁਤਾ ਤਜ ਆਵਹਿ ਤਰੁਨਾਹੀ। ਅੱਗੇ ਪੜੋ। ਸੇ ਸੁਤਾ ਤਜ ਆਵਹਿ ਤਰੁਨਾਹੀ। ਬਾਲਪੁਣਾ ਛੱਡਣਗੇ ਜਦੋਂ ਜਵਾਨੀ ਆਏਗੀ। ਉਦਰ ਹੈ ਨਰ ਬਹੁ ਸੰਗਤ ਪਾਹੀ। ਇਹਨਾਂ ਨੇ ਫਿਰ ਬੜੇ ਮਨੁੱਖਾਂ ਦਾ ਉਧਾਰ ਕਰਨਾ ਉਸ ਸਮੇਂ। ਹਾਂਜੀ। ਬਿਨੇ ਕਰੂ ਮੈਂ ਕਰੇ ਉਧਾਰ। ਮੇਰੀ ਵੀ ਇੰਨੀ ਉਮਰ ਹੋਵੇ ਵੀ ਮੈਂ ਵੀ ਇਹਨਾਂ ਅੱਗੇ ਹੱਥ ਜੋੜ ਕੇ ਕਵਾਂ ਵੀ ਮੇਰਾ ਵੀ ਉਧਾਰ ਕਰ ਦਿਓ। ਹਾਂਜੀ। ਭਵ ਬੰਧਨ ਤੇ ਹੋਏ ਛੁਟਕਾਰਾ। ਮੇਰਾ ਵੀ ਛੁਟਕਾਰਾ ਹੋ ਜਾਵੇ। ਮੇਰੀ ਕਾਸ਼ ਮੇਰੀ ਲੰਮੀ ਉਮਰ ਹੁੰਦੀ, ਮੈਂ ਇਹਨਾਂ ਦੇ ਬੋਲ ਸੁਣਦਾ, ਮੈਂ ਇਹਨਾਂ ਨੂੰ ਕਹਿੰਦਾ, ਇਹ ਮੇਰੀ ਗੱਲ ਸੁਣ ਕੇ ਆਸ਼ੀਰਵਾਦ ਦਿੰਦੇ ਮੈਨੂੰ। ਰਸਤੇ 'ਚ ਇਹ ਗੱਲਾਂ ਸੋਚਦੇ ਹੋਏ ਜਾ ਰਹੇ ਨੇ। ਹਾਂਜੀ। ਦੋਹਰਾ ਅੰਤਰ ਜਾਮੀ ਜਾਨੀਹੇ ਮਮ ਉਰ ਕੀ ਜੇ ਬਾਲ। ਅੰਤਰ ਜਾਮੀ ਜਾਨਹੀ ਮਮ ਉਰ ਕੀ ਜੇ ਬਾਤ। ਕਹਿਣ ਲੱਗੇ ਅੰਤਰ ਜਾਮੀ ਨੇ, ਜੇ ਮੇਰੇ ਮਨ ਦੀ ਇਹ ਗੱਲ ਜਾਣ ਲੈਣ। ਹਾਂਜੀ। ਲੀਲਾ ਕਸ਼ਕ ਦਿਖਾਏ ਮੁਝ ਦੇਹੋ ਉਪਦੇਸ਼ ਦਿਆਲ। ਮੈਨੂੰ ਵੀ ਕੋਈ ਲੀਲਾ ਵਿਖਾਉਣ, ਮੈਨੂੰ ਵੀ ਉਪਦੇਸ਼ ਦੇਣ। ਤੇ ਦਾਸ ਨੇ ਗੁਰਮੁਖਾਂ ਤੋਂ ਸੁਣਿਆ, ਕਹਿੰਦੇ ਉਮਰ ਤੇ ਇਹਨਾਂ ਦੀ ਥੋੜੀ ਸੀ, ਬਜ਼ੁਰਗ ਸਨ ਨਾ, ਫਿਰ ਥੋੜੀ ਰਹਿ ਗਈ ਸੀਗੀ। ਪਰ ਜਦੋਂ ਰਸਤੇ 'ਚ ਜਾਂਦੇ ਜਾਂਦੇ ਪਛਤਾਉਂਦੇ ਨਾ, ਹੁਣ ਕੋਈ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਕੇ ਆਇਆ ਹੋਵੇ, ਸਤਿਗੁਰੂ ਦਾ ਨਾਮ ਰੱਖ ਕੇ ਆਇਆ ਹੋਵੇ, ਤਾਂ ਫਿਰ ਪਛਤਾਉਣਾ ਹੀ ਰਹਿ ਜਾਏ ਤੇ ਫਿਰ ਗੱਲ ਤੇ ਨਹੀਂ ਨਾ ਬਣਦੀ। ਕਹਿੰਦੇ ਮਹਾਰਾਜ ਨੇ ਉੱਥੇ ਹੀ ਇਹਨਾਂ ਦੀ ਬੇਨਤੀ ਸੁਣ ਲਈ ਤੇ ਇਹਨਾਂ ਦੀ ਉਮਰ ਹੋਰ ਦੇ ਦਿੱਤੀ ਸੀ, ਇਹਨਾਂ ਨੂੰ ਉਮਰ ਵਧਾ ਦਿੱਤੀ ਸੀ ਇਹਨਾਂ ਦੀ। ਤੇ ਜਿਹੜਾ ਸ਼ਬਦ ਮਹਾਰਾਜ ਨੇ ਆਖਿਆ ਨਾ, ਉਹ ਜਨੇਊ ਵਾਲਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਇਹਨਾਂ ਨੂੰ ਹੀ ਸੁਣਾਇਆ ਸੀ। ਮਹਾਰਾਜ ਨੇ ਉਦੋਂ ਹੀ ਉਮਰ ਲੰਬੀ ਕਰਤੀ ਸੀ ਵੀ ਲਓ ਫਿਰ
खजाने वंडण वाले ने, इन्हों कमी है नहीं कोई। हाँ जी, सहत ज्ञान के बोले जब ये सोचन दे रस्ते च जाते भी कोई ज्ञान सहित जो बोलिया करनगे महाराज। हाँ जी, राखो ये शरीर मम तब लो, कहन लगे हे महाराज कृपा करो उन्ना चिर तक मैं शरीर रखा, अपना शरीर मेरा मेरे कोलों रवे। हाँ जी, करत मनोरथ गयो नकेता, ये सोचदिया होया हरदयाल जी घर नूं गए। जपत नाम अपवर्ग है हेता, ते साध संगत जी अपने मोख हित मुक्ति वास्ते महाराज दा ही नाम जपदे होए जा रहे। हाँ जी, तेह पश्चात है बीत्यो काला, सने सने तन होत बेसाला। उधरों फिर हौली हौली सच्चे पातशाह गुरु नानक साहब जी का जिहड़ा शरीर है वड्डा हो रहा है। हाँ जी, जिह बिद हिरदे ज्ञान ममोखू, नित प्रत वदत दवैत हथ दोखू। हर रोज ज्ञान भी वध जा रहा है ते महाराज किरपा करनगे, अगों लीला दे प्रसंग आउणगे, वो आपां हौली हौली सरवण करी चलांगे। सच्चे पातशाह मेहर करन, किरपा करन। गुरु साहब आप प्रतख हन, खुद परमेश्वर आए हैं। आप पंक्ति पढ़ लो आराम आराम बैठ के, फिर साध संगत जी बाबा जी आ ही रहे, सारे गज के, कोई रसना वांझी ना रहे। सतगुर देव परतख हर मूरत, जो अमृत बचन सुनावे, जो अमृत बचन सुनावे। गज के सतगुर देव परतख हर मूरत, सतगुर देव परतख हर मूरत, जो अमृत बचन सुनावे, जो अमृत बचन सुनावे। गज के सतगुर देव परतख हर मूरत, अमृत बचन सुनावे, जो अमृत बचन। धन गुरु नानक साहब आप परमेश्वर, आप रब, आप करता पुरख जी, आप मालक। एक ओंकार भी आप हैं, सतनाम भी आप हैं, करता पुरख भी आप हैं, निरभौ निर्वैर भी आप ही हैं। महाराज सच्चे पातशाह जी किरपा करन। कुछ समय विच ही साध संगत जी बाबा जी ने आप जी के दर्शन करने हैं। एक बेनती ध्यान नाल सुननी है। श्री गुरु तेग बहादुर साहब जी का आगमन गुरपुरब 1 मई ਨੂੰ 400 ਸਾਲਾ शताब्दी रूप ਵਿੱਚ ਆ ਰਿਹਾ ਹੈ। ਉਹਦੇ ਸੰਬੰਧ ਵਿੱਚ ਜੋ ਹਰ ਮਹੀਨੇ ਦੇ ਪਹਿਲੇ ਐਤਵਾਰ ਵਾਲੇ ਅਸਥਾਨ ਤੋਂ ਸਮਾਗਮ ਹੁੰਦੇ ਆ, ਇਸ ਵਾਰ ਗੁਰੂ ਸਾਹਿਬ ਜੀ ਦੇ ਆਗਮਨ ਸਥਾਨ ਤੇ ਗੁਰੂ ਕੇ ਮਹਿਲਾਂ ਵਿਖੇ ਹੋਣਗੇ। ਬਾਬਾ ਜੀ ਨੇ ਹਾਜ਼ਰੀ ਭਰਨੀ ਹੈ। 12 ਵਜੇ ਲਗਭਗ ਸਮਾਂ ਹੈ ਮਹਾਂਪੁਰਖਾਂ ਦਾ, ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਪਹੁੰਚ ਕਰਕੇ ਮਹਾਰਾਜ ਜੀ ਦੇ ਆਗਮਨ ਪੁਰਬ ਮਹਾਰਾਜ ਜੀ ਦੇ ਅਸਥਾਨਾਂ ਤੇ ਮਨਾਉਣੇ ਆ। ਸੱਚੇ ਪਾਤਸ਼ਾਹ ਮਿਹਰ ਕਰਨ। ਭਾਈ ਜਸਬੀਰ ਸਿੰਘ ਜੀ ਹੁਣ ਇੱਕ ਸ਼ਬਦ ਦੀ ਹਾਜ਼ਰੀ ਆਪ ਜੀ ਨੂੰ ਸਰਵਣ ਕਰਾਉਣਗੇ। ਉਪਰੰਤ ਬਾਬਾ ਜੀ ਆਪ ਜੀ ਦੇ ਦਰਸ਼ਨ ਕਰਨਗੇ। ਸਾਰੀਆਂ ਸੰਗਤਾਂ ਇਸੇ ਤਰ੍ਹਾਂ ਬੈਠ ਕੇ ਪ੍ਰੇਮ ਸਹਿਤ ਸਤਸੰਗ ਦਾ ਆਪਾਂ ਆਨੰਦ ਮਾਣਨਾ ਹੈ। ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਇਹ ਸਮਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਫਲਾ ਕਰਨਾ ਹੈ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
महिमा कही न जाए।